ਸਿਰ ਸ਼ਾਹਾਂ ਦੈ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਘਰ ਦੂਜਾ ਸ਼ੰਤ, ਇਕ ਓੰਕਾਰ। ਸਤਿਗੁਰ ਪ੍ਰਸਾਦ, ਸਲੋਕ। ਊਚਾ ਅਗਮ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਨਾਨਕ ਪ੍ਰਭ ਸਰਣਾਗਤੀ, ਰਾਖਨ ਕਉ ਸਮਰਥ। ਊਚਾ ਅਗਮ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਨਾਨਕ ਪ੍ਰਭ ਸਰਣਾਗਤੀ, ਰਾਖਨ ਕਉ ਸਮਰਥ। ਸ਼ੰਤ ਜਿਉ ਜਾਨੋ ਤਿਉ ਰਾਖ, ਹਰ ਪ੍ਰਭ ਤੇਰਿਆ। ਕੀਤੇ ਗਨੋ ਅਸੰਖ, ਅਵਗੁਣ ਮੇਰਿਆ। ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ। ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੂਲੀਐ। ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੂੰ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੇਰਿਆ। ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੂੰ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੇਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਜਾਗਤ ਜੋਤ ਜਗਤ ਗੁਰੂ। ਸਰਬ ਕਲਾ ਸਮਰੱਥ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਵੇ ਸੁਭਾਏ ਮਾਨ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਮਿਹਰਾਮਨ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਦੇਸ਼ ਵਿਦੇਸ਼ ਅੰਦਰ ਅਤੇ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਜੀ ਨਿਤਾ ਪ੍ਰਤੀ ਬੜੀ ਹੀ ਸ਼ਰਧਾ ਭਾਵਨਾ ਸਹਿਤ ਜੁੜ ਕਰਕੇ ਸਰਵਣ ਕਰਦੇ ਹੋ। ਅੱਜ ਦਾ ਇਹ ਇਤਿਹਾਸਕ ਦਿਹਾੜਾ ਗੁਰੂ ਨਾਨਕ ਜੋਤ ਦੇ 9ਵੇਂ ਵਾਰਿਸ ਤਿਲਕ ਜੰਜੂ ਦੇ ਰਾਖੇ
ਤਿਆਗ ਵੈਰਾਗ ਅਤੇ ਅਨੁਰਾਗ ਦੇ ਮੁਜੱਸਮੇ, ਧਰਮ ਦੀ ਚਾਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਬੜੀ ਹੀ ਸ਼ਰਧਾ ਭਾਵਨਾ ਸਹਿਤ ਸੰਸਾਰ ਭਰ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ ਮਨਾਇਆ ਜਾ ਰਿਹਾ ਹੈ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਪਰਉਪਕਾਰੀ ਜੀਵਨ ਹੈ, ਜਿਵੇਂ ਉਹਨਾਂ ਨੇ ਮਜਲੂਮਾਂ ਦੀ ਰੱਖਿਆ ਕਰਦਿਆਂ ਆਪਣੇ ਤਨ ਤੱਕ ਦੀ ਕੁਰਬਾਨੀ ਦੇ ਦਿੱਤੀ, ਇਸ ਵਿਸ਼ੇ ਤੇ ਵੀ ਵਿਚਾਰਾਂ ਦੀ ਸਾਂਝ ਪਾਉਣੀ ਹੈ। ਆਓ ਸਭ ਤੋਂ ਪਹਿਲਾਂ ਰਸਨਾ ਨੂੰ ਕਰੀਏ ਪਵਿੱਤਰ। ਸਾਰੇ ਇੱਕ ਵਾਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਘਰ ਦੂਜਾ ਸ਼ੰਤ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ ਊਚਾ ਅਗਮ ਅਪਾਰ ਪ੍ਰਭ। ਕਥਨ ਨ ਜਾਏ ਅਕਥ। ਨਾਨਕ ਪ੍ਰਭ ਸਰਣਾਗਤੀ। ਰਾਖਨ ਕਉ ਸਮਰੱਥ। ਇਹ ਪਾਵਨ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰੇ, ਬਾਣੀ ਕੇ ਬੋਹਿਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਜੈਤਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 704 ਅਤੇ 705 ਤੇ ਸ਼ੋਭਨੀਕ ਹਨ। ਸੰਤ ਸਰਲੇਖ ਹੋਣ ਕਰਕੇ ਇਸ ਪਾਵਨ ਗੁਰ ਸ਼ਬਦ ਦੇ ਵਿੱਚ 4 ਸ਼ਲੋਕ ਨੇ ਔਰ 4 ਹੀ ਪਦੇ ਹਨ, ਔਰ ਹਰ ਪਦੇ ਦੇ ਨਾਲ ਸਤਿਗੁਰੂ ਜੀ ਨੇ ਸ਼ੰਤ ਲਫ਼ਜ਼ ਦੀ ਜਿਹੜੀ ਵਰਤੋਂ ਹੈ ਉਹ ਕੀਤੀ ਹੈ। ਸਤਿਗੁਰੂ ਗਰੀਬ ਨਵਾਜ ਜੀ ਇਸ ਪਾਵਨ ਗੁਰ ਸ਼ਬਦ ਦੇ ਰਾਹੀਂ ਪਰਮਾਤਮਾ ਨੂੰ ਸਭ ਤੋਂ ਉੱਚਾ ਦੱਸ ਰਹੇ ਨੇ, ਜੋ ਸਾਡੀ ਗਮਤਾ ਤੋਂ ਪਰੇ ਹੈ, ਜਿਹਦਾ ਪਾਰਲਾ ਪਾਸਾ ਅਸੀਂ ਨਹੀਂ ਪਾ ਸਕਦੇ, ਜੋ ਸਾਡੀ ਕਥਨੀ ਦਾ ਵਿਸ਼ਾ ਨਹੀਂ। ਹਾਂ, ਉਹਦੀ ਸਿਫਤ ਸਲਾਹ ਕਰਕੇ, ਉਹਦੇ ਗੁਣਾਂ ਦੀ ਵਿਚਾਰ ਕਰਕੇ ਉਹਦੇ ਵਿੱਚ ਲੀਨਤਾ ਹੋਇਆ ਜਾ ਸਕਦਾ ਹੈ, ਪਰ ਉਹਦਾ ਅਸੀਂ ਕਦੇ ਥਾਹ ਨਹੀਂ ਪਾ ਸਕਦੇ। ਔਰ ਉਹਦੇ ਅੱਗੇ ਹਮੇਸ਼ਾ ਇਹ ਬੇਨਤੀ ਕਰਨੀ ਹੈ ਕਿ ਹੇ ਮੇਰੇ ਮਾਲਕ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਇਹ ਜਾਣ ਕੇ ਕਿ ਤੁਸੀਂ ਸ਼ਰਨ ਵਿੱਚ ਆਇਆਂ ਨੂੰ ਰੱਖਣ ਦੇ, ਰੱਖਿਆ ਕਰਨ ਦੇ ਸਮਰੱਥ ਹੋ, ਸ਼ਰਨ ਸੂਰ ਹੋ। ਇਸੇ ਤਰ੍ਹਾਂ ਗੁਰੂ ਵੀ ਪਰਮੇਸ਼ਰ ਦਾ ਸਰੂਪ ਹੈ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਆ ਕੇ ਸਮਰਪਿਤ ਹੋ ਕੇ ਆਖਦਾ ਹੈ ਕਿ ਸਾਡੇ ਸਾਰੇ ਆਸਰੇ ਮੁੱਕ ਗਏ ਨੇ, ਅਸੀਂ ਹੁਣ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਕੁਝ ਐਸਾ ਹੀ ਹੋਇਆ ਭਾਰਤ ਵਰਸ਼ ਦੇ ਅੰਦਰ ਕਿ ਜਦੋਂ ਔਰੰਗਜ਼ੇਬ ਦੀ ਮੁਗਲਿਆ ਹਕੂਮਤ, ਜਿਹਦਾ ਸਮਾਂ 1658 ਤੋਂ ਲੈ ਕੇ 1707 ਤੱਕ ਦਾ ਬਣਦਾ ਹੈ, ਜਿਸ ਨੇ ਰਾਜ ਤਖਤ ਤੇ ਬੈਠ ਕੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਤੇ ਜ਼ੁਲਮ ਢਾਇਆ, ਕੋਈ ਵੀ ਉਹਦਾ ਵਿਰੋਧੀ ਸੀ, ਉਹਨੇ ਉਹਨੂੰ ਖਤਮ ਕਰਨ ਲੱਗਿਆ ਕੋਈ ਬਹੁਤਾ ਚਿਰ ਨਹੀਂ ਸੀ ਲਾਇਆ। ਫਿਰ ਖਾਸ ਕਰਕੇ ਜਿਹੜੇ ਗੈਰ ਮੁਸਲਮਾਨ ਸਨ, ਉਹਨਾਂ ਦੇ ਉੱਪਰ ਬੜਾ ਤਸ਼ੱਦਦ ਕੀਤਾ ਗਿਆ। ਇੱਥੇ ਤੱਕ ਪਾਬੰਦੀਆਂ ਲਾ ਦਿੱਤੀਆਂ ਗਈਆਂ ਕਿ ਕੋਈ ਗੈਰ ਮੁਸਲਮਾਨ ਘੋੜੇ ਤੇ ਸਵਾਰ ਨਹੀਂ ਹੋ ਸਕਦਾ, ਕੋਈ ਦਾੜੀ ਨਹੀਂ ਰੱਖ ਸਕਦਾ, ਕੋਈ ਸਿਰ ਤੇ ਪੱਗ ਨਾ ਬੰਨੇ,
ਕੋਈ ਧਾਰਮਿਕ ਸਥਾਨਾਂ ਤੇ ਜਾ ਕੇ ਪੂਜਾ ਨਾ ਕਰੇ। ਜੋੜ ਮੇਲਿਆਂ ਤੇ ਪਾਬੰਦੀ ਲਾ ਦਿੱਤੀ। ਗੈਰ ਮੁਸਲਮਾਨਾਂ ਨੂੰ 6 ਮਹੀਨਿਆਂ ਤੋਂ ਵੱਧ ਅਨਾਜ ਜਾਂ ਵਸਤਰ ਆਦਿਕ ਘਰ ਵਿੱਚ ਇਕੱਤਰ ਕਰਨ ਤੇ ਬਿਲਕੁਲ ਪਾਬੰਦੀ ਸੀ। ਜਿਹੜੀ ਚੁੰਗੀ ਜਿਹੜਾ ਟੈਕਸ ਮੁਸਲਮਾਨਾਂ ਤੇ ਬਿਲਕੁਲ ਮਾਫ ਕਰ ਦਿੱਤਾ ਗਿਆ, ਉਹ ਹਿੰਦੂਆਂ ਤੇ ਦੂਣਾ ਕਰਕੇ, ਖਾਸ ਕਰਕੇ ਜਿਹੜੇ ਭਾਰਤ ਦੇ ਲੋਕ ਸਨ, ਇਹਨਾਂ ਨੂੰ ਬੜਾ ਜਲੀਲ ਕੀਤਾ ਗਿਆ। ਇੱਥੇ ਤੱਕ ਵੀ ਕਿ ਇਹ ਜ਼ਾਲਮ ਹਾਕਮ ਜਦੋਂ ਆਪਣੇ ਅਹਿਲਕਾਰਾਂ ਨੂੰ ਪੁੱਛਦੇ ਵੀ ਮੁਸਲਮਾਨ ਬਾਦਸ਼ਾਹ ਨੇ ਥੁੱਕਣਾ ਹੋਵੇ ਤੇ ਹਿੰਦੁਸਤਾਨ ਦੇ ਲੋਕ ਉਹਦੇ ਸਾਹਮਣੇ ਕਿਸ ਤਰ੍ਹਾਂ ਨੇ, ਤੇ ਬਿਨਾਂ ਝਿਜਕ ਅਹਿਲਕਾਰ ਕਿਹਾ ਕਰਦੇ ਸਨ ਜੇ ਮੁਸਲਮਾਨ ਹਾਕਮ ਨੇ ਥੁੱਕਣਾ ਹੋਵੇ ਤੇ ਇੱਥੋਂ ਦੇ ਲੋਕਾਂ ਨੂੰ ਆਪਣਾ ਮੂੰਹ ਖੋਲ ਦੇਣਾ ਚਾਹੀਦਾ। ਹਿੰਦੁਸਤਾਨ ਦੇ ਲੋਕ ਹਾਕਮਾਂ ਲਈ ਇਸ ਹਕੂਮਤ ਵਾਸਤੇ ਧਰਤੀ ਦੀ ਨਿਆਈ ਨੇ। ਔਰੰਗਜ਼ੇਬ ਨੇ ਬਹੁਤ ਸਾਰੇ ਹਿੰਦੂ ਮੰਦਰ ਢਾਏ, ਬੁੱਤਾਂ ਨੂੰ ਤੋੜ ਕੇ ਮਸੀਤਾਂ ਦੇ ਬਾਹਰ ਪਾਏਦਾਨ ਬਣਾ ਕੇ ਰੱਖ ਦਿੱਤਾ। ਬਹੁਤ ਸਾਰੇ ਹਿੰਦੂਆਂ ਦਾ ਕਤਲ ਕਰਕੇ ਉਹਨਾਂ ਦੇ ਖੂਨ ਨਾਲ ਬੁੱਤਾਂ ਦਾ ਇਸ਼ਨਾਨ ਕਰਵਾਇਆ ਗਿਆ। ਜਦੋਂ ਇਸ ਤਰ੍ਹਾਂ ਦੀ ਤਹਿਲਕਾ ਮੱਚੀ ਹੋਈ ਸੀ ਤੇ ਇੱਧਰ ਗੁਰੂ ਨਾਨਕ ਜੋਤ ਦੇ 9ਵੇਂ ਵਾਰਸ ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦਾ ਪ੍ਰਕਾਸ਼ 1621 ਨੂੰ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਸਤਿਕਾਰਯੋਗ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਤੋਂ ਹੋਇਆ। ਅੰਮ੍ਰਿਤਸਰ ਦੀ ਇਸ ਧਰਤੀ ਤੇ ਗੁਰੂ ਕੇ ਮਹਿਲ, ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ, 10 ਪਾਤਸ਼ਾਹੀਆਂ ਵਿੱਚੋਂ ਵਾਹਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ, ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਪ੍ਰਗਟ ਹੋਣਾ ਕੀਤਾ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਭਾਵੇਂ ਬਾਸਰ ਕੇ ਨਗਰ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਹੋਇਆ ਸੀ, ਗੋਇੰਦਵਾਲ ਸਾਹਿਬ ਜੋ ਅੱਜ ਕੱਲ੍ਹ ਤਰਨਤਾਰਨ ਜ਼ਿਲ੍ਹੇ ਵਿੱਚ ਹੈ, ਪਹਿਲਾਂ ਇਹ ਵੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੀ, ਉੱਥੇ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਕੀ ਵਡਾਲੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਪਰ ਅੰਮ੍ਰਿਤਸਰ ਸ਼ਹਿਰ ਨੂੰ ਇਹ ਮਾਣ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ 1621 ਨੂੰ ਗੁਰੂ ਕੇ ਮਹਿਲ ਉਸ ਸਥਾਨ ਤੇ ਪ੍ਰਗਟ ਹੋਏ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਸਾ ਜੀ ਦੀ ਵਾਰ ਦਾ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਵਣ ਕਰ ਰਹੇ ਸਨ। ਜਦੋਂ ਮਾਲਕ ਦੀ ਬਖਸ਼ੀ ਹੋਈ ਦਾਤ ਬਾਰੇ ਪਤਾ ਲੱਗਾ, ਗੁਰੂ ਕੇ ਮਹਿਲਾਂ ਵਿਖੇ ਆਪਣੇ ਨਿੱਜੀ ਘਰ ਗਏ ਤੇ ਜਦੋਂ ਬੜੇ ਗੌ ਨਾਲ ਬਾਲਕ ਨੂੰ ਤੱਕਿਆ, ਭਾਈ ਬਿਧੀ ਚੰਦ ਵਰਗੇ ਗੁਰਸਿੱਖ ਪੁੱਛਣ ਲੱਗੇ, ਭਾਈ ਜੇਠਾ ਜੀ ਵਰਗੇ, ਸਤਿਗੁਰੂ ਜੀ ਪਹਿਲਾਂ ਵੀ ਆਪ ਜੀ ਦੇ ਘਰ 4 ਪੁੱਤਰ ਨੇ, 1 ਪੁੱਤਰੀ ਬੀਬੀ ਵੀਰੋ, ਪਰ ਇਸ ਬਾਲਕ ਨੂੰ ਆਪ ਜੀ ਬੜੀ ਗੌ ਨਾਲ ਤੱਕ ਰਹੇ ਹੋ। ਤੇ ਸਾਹਿਬ ਜੀ ਨੇ ਇਸ਼ਾਰਾ ਕੀਤਾ ਸੀ, ਇਹ ਗੁਰੂ ਨਾਨਕ ਜੋਤ ਦੇ 9ਵੇਂ ਵਾਰਸ ਆਏ ਨੇ। ਆਮ ਕਰਕੇ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ, ਕਿਸੇ ਤੋਂ ਕੁਝ ਲੈਣਾ ਹੁੰਦਾ, ਕਿਸੇ ਦਾ ਕੁਝ ਦੇਣਾ ਹੁੰਦਾ, ਇਸ ਕਰਕੇ ਸਾਡੇ ਇਹ ਸੰਸਾਰੀ ਰਿਸ਼ਤੇ ਜੁੜਦੇ ਨੇ। ਕੋਈ ਮਾਤਾ ਪਿਤਾ ਬਣ ਕੇ ਆਉਂਦਾ, ਕੋਈ ਭੈਣ ਭਰਾ, ਕੋਈ ਪਤੀ ਪਤਨੀ, ਕੋਈ ਧੀ ਪੁੱਤਰ। ਪਰ ਸਾਹਿਬ ਨੇ ਸਪਸ਼ਟ ਕੀਤਾ ਸੀ, ਇਹ ਬਾਲਕ ਕੁਝ ਲੈਣ ਵਾਸਤੇ ਨਹੀਂ, ਇਹ ਤਾਂ ਦੇਣ ਵਾਸਤੇ ਆਇਆ, ਵੰਡਣ ਵਾਸਤੇ ਆਇਆ। ਸਾਰੀ ਉਮਰ ਇਹ ਕੁਝ ਨਾ ਕੁਝ ਦਿੰਦਾ ਹੀ ਜਾਵੇਗਾ, ਵੰਡਦਾ ਹੀ ਜਾਵੇਗਾ, ਤੇ ਸਭ ਕੁਝ ਵੰਡ ਕੇ ਜੇ ਲੋੜ ਪਈ ਤੇ ਆਪਣਾ ਆਪ ਵੀ ਕੁਰਬਾਨ ਕਰਨ ਤੋਂ ਇਸ ਨੇ ਗੁਰੇਜ਼ ਨਹੀਂ ਕਰਨਾ। ਇਹਦੇ ਅੰਦਰ ਦੀ ਬਿਰਤੀ ਦੀਨ ਰਸ਼ ਸੰਕਟ ਹਰਨ ਵਾਲੀ ਹੋਵੇਗੀ। ਇਹ ਮਜਲੂਮਾਂ ਦੀ, ਦੀਨਾਂ ਦੀ ਰੱਖਿਆ ਕਰੇਗਾ ਤੇ ਜਦੋਂ ਕਿਸੇ ਤੇ ਸੰਕਟ ਆਵੇਗਾ, ਵਿਪਤਾ ਆਵੇਗੀ, ਇਹ ਖੁਦ ਨੂੰ ਸੰਕਟ ਵਿੱਚ ਪਾ ਕੇ ਦੂਜਿਆਂ ਦਾ ਸੰਕਟ ਦੂਰ ਕਰੇਗਾ। ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ 5 ਪੁੱਤਰਾਂ ਦੀ ਜਗ੍ਹਾ ਆਪਣੇ ਪੋਤਰੇ ਸਾਹਿਬ ਸਤਿਗੁਰੂ ਗੁਰੂ ਹਰਿਰਾਏ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਉਸ ਵੇਲੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੋਈ ਦਾਅਵਾ ਨਹੀਂ ਕੀਤਾ, ਸਗੋਂ ਗੁਰੂ ਪਿਤਾ ਦਾ ਹੁਕਮ ਮੰਨ ਕੇ ਜੇ ਲੋੜ ਪਈ ਤੇ ਅੰਮ੍ਰਿਤਸਰ ਸ਼ਹਿਰ ਛੱਡ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਚਲੇ ਗਏ। ਜੇ ਲੋੜ ਪਈ ਤੇ ਬਾਬਾ ਬਕਾਲਾ ਸਾਹਿਬ ਛੱਡ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਚਲੇ ਗਏ। ਜੇ ਸਮੇਂ ਨੇ ਮੰਗ ਕੀਤੀ ਤੇ ਧਰਮ ਪ੍ਰਚਾਰ ਲਈ ਤੁਰੇ, ਪਕੜ ਕੋਈ ਨਹੀਂ।
ਤੇ ਜੇ ਮਜਲੂਮਾਂ ਨੂੰ ਲੋੜ ਪਈ ਤੇ ਆਪਣਾ ਤਨ ਤੱਕ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਆਗ ਦਿੱਤਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦਾ ਪਹਿਲਾ ਨਾਮ ਤਿਆਗਮਲ ਸੀ, ਤੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ 4 ਧਰਮ ਜੰਗਾਂ ਲੜ ਕੇ ਫਤਿਹ ਕੀਤੀਆਂ, ਚੌਥੀ ਜੰਗ ਸ਼੍ਰੀ ਕਰਤਾਰਪੁਰ ਸਾਹਿਬ ਜੋ ਜਲੰਧਰ ਦੇ ਨੇੜੇ ਦੁਆਬੇ ਵਿੱਚ ਸੁਸ਼ੋਭਿਤ ਹੈ, ਜੋ ਮਾਤਾ ਗੁਜਰੀ ਜੀ ਦਾ ਪੇਕਾ ਘਰ ਹੈ, ਕਿਉਂਕਿ ਪਿਤਾ ਭਾਈ ਲਾਲ ਚੰਦ ਤੇ ਮਾਤਾ ਬਿਸ਼ਨ ਕੌਰ ਜੀ ਦੀ ਹੋਣਹਾਰ ਪੁੱਤਰੀ ਸੀ ਮਾਤਾ ਗੁਜਰੀ। ਇਹ ਉਹ ਧਰਤੀ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਪੈਂਦੇ ਖਾਂ, ਕਾਲੇ ਖਾਂ, ਉਸਮਾਨ ਖਾਨ ਚੜ੍ਹ ਕੇ ਆਇਆ, 75,000 ਦੇ ਕਰੀਬ ਸੈਨਾ ਆਈ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਹਿਲੀਆਂ 3 ਜੰਗਾਂ ਵਾਂਗ ਬੜੀ ਦ੍ਰਿੜਤਾ ਦੇ ਨਾਲ ਇਸ ਯੁੱਧ ਨੂੰ ਵੀ ਲੜ ਕੇ ਫਤਿਹ ਕੀਤਾ। ਔਰ ਇਸ ਯੁੱਧ ਦੀ ਇਹ ਖਾਸੀਅਤ ਸੀ ਕਿ ਬਾਲਕ ਤਿਆਗਮਲ ਨੇ ਬੜੀ ਬਹਾਦਰੀ ਨਾਲ ਤੇਗ ਚਲਾਈ, ਦੁਸ਼ਮਣਾਂ ਦੇ ਆਹੂ ਲਾ ਕੇ ਰੱਖ ਦਿੱਤੇ, ਭੁਲੇਖੇ ਦੂਰ ਕਰ ਦਿੱਤੇ ਕਿ ਸ਼ਸਤਰਾਂ ਦਾ ਸੰਬੰਧ ਕੇਵਲ 6ਵੇਂ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ ਨਾਲ ਨਹੀਂ, 10 ਪਾਤਸ਼ਾਹੀਆਂ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਐਸੇ ਨੇ ਜਿਨ੍ਹਾਂ ਦਾ ਲਕਬ ਸ਼ਸਤਰਾਂ ਨਾਲ ਜੁੜਿਆ ਹੋਇਆ ਹੈ। ਕਦੇ ਵੀ ਇਹ ਭੁਲੇਖੇ ਵਿੱਚ ਨਹੀਂ ਪੈਣਾ। ਅਸਲ ਵਿੱਚ 10 ਪਾਤਸ਼ਾਹੀਆਂ ਇੱਕੋ ਜੋਤ ਤੇ ਇੱਕੋ ਜੁਗਤ ਦੀਆਂ ਧਾਰਨੀ ਨੇ। ਗਰੀਬ ਨਵਾਜ ਨੇ ਜਦੋਂ ਬੜੀ ਬਹਾਦਰੀ ਨਾਲ ਤੇਗ ਚਲਾਈ ਤੇ ਮਾਂ ਗੁਜਰੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਇਹ ਸਭ ਕੁਝ ਵੇਖਿਆ, ਸੁਣਿਆ, ਉਹ ਸੱਚਮੁੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਬਹਾਦਰੀ ਬਾਰੇ ਜਦੋਂ ਵੇਖਦੇ ਤੇ ਸੁਣਦੇ ਨੇ ਤੇ ਉਸ ਦਿਨ ਤੋਂ ਪ੍ਰਣ ਕਰ ਲਿਆ ਵੀ ਅੱਜ ਤੋਂ ਬਾਅਦ ਲੱਖਾਂ ਮੁਸੀਬਤਾਂ ਆਉਣ ਪਰ ਮਾਂ ਗੁਜਰੀ ਨਹੀਂ ਡੋਲੇਗੀ। ਔਰ ਐਸਾ ਹੋਇਆ ਹੈ, ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਆਇਆ ਤੇ ਮਾਤਾ ਗੁਜਰੀ ਜੀ ਨਹੀਂ ਡੋਲੇ, ਭਾਵੇਂ ਮਸੰਦਾਂ ਦੀ ਵਿਰੋਧਤਾ ਆਈ, ਰਣਜੀਤ ਨਗਾਰਾ ਵੱਜਿਆ, ਪਹਾੜੀ ਰਾਜੇ ਮੁਗਲ ਹਕੂਮਤ ਚੜ੍ਹ ਕੇ ਆਈ, ਆਨੰਦਪੁਰ ਸਾਹਿਬ, ਪੌਂਟਾ ਸਾਹਿਬ ਦੇ ਇਰਦ ਗਿਰਦ ਨਦਾਉਣ, ਇਤ ਆਦਿਕ ਧਰਮ ਯੁੱਧ ਲੜ ਕੇ ਫਤਿਹ ਕੀਤੇ ਗਏ, ਖਾਲਸੇ ਦੀ ਸਾਜਨਾ ਹੋਈ, ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ, ਸਰਸਾ ਨਦੀ ਦਾ ਕੰਢਾ ਆਇਆ, ਚਾਹੇ ਗੰਗੂ ਰਸੋਈਏ ਦਾ ਘਰ, ਚਾਹੇ ਮੁਰਿੰਡਾ ਥਾਣਾ, ਤੇ ਚਾਹੇ ਠੰਡਾ ਬੁਰਜ, ਤੇ ਭਾਵੇਂ ਸਰਹੰਦ ਦੀ ਦੀਵਾਰ, ਓੜਕ ਤੱਕ ਮਾਤਾ ਗੁਜਰ ਕੌਰ ਜੀ ਦਾ ਸਿਦਕ ਅਡੋਲ ਰਿਹਾ ਸੀ, ਕਿਉਂਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਹਾਦਰੀ ਨੂੰ ਵੇਖ ਚੁੱਕੀ ਸੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਹਰ ਖੇਤਰ ਦੇ ਵਿੱਚ ਸੀਮਾ ਨੂੰ ਛੂਹਿਆ, ਇਤੀ ਜਿਨ ਕਰੀ ਹੱਦ ਕਰ ਦਿੱਤੀ, ਭਾਵ ਬਚਪਨ ਵਿੱਚ ਪਿਤਾ ਦਾ ਹੁਕਮ ਮੰਨਣ ਦੀ ਹੱਦ ਕੀਤੀ। ਜੇ ਬੰਦਗੀ ਵਿੱਚ ਮਾਲਕ ਦੇ ਗੁਣ ਗਾਉਣ ਲੱਗ ਪਏ ਤੇ ਉਹ ਵੀ ਕੋਈ ਫਾਰਮੈਲਿਟੀ ਨਹੀਂ, ਉਹ ਵੀ ਸਤਿਗੁਰਾਂ ਨੇ ਸੀਮਾ ਨੂੰ ਛੂਹਿਆ, ਜਾ ਕੇ ਦੱਸ ਦਿੱਤਾ ਕਿ ਸਮਰਪਿਤ ਹੋ ਕੇ ਮਾਲਕ ਦੇ ਗੁਣ ਕਿਵੇਂ ਗਾਉਣੇ ਨੇ। ਤੇ ਜੇ ਧਰਮ ਪ੍ਰਚਾਰ ਲਈ ਤੁਰੇ ਤੇ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਜਦੋਂ ਕੋਈ ਮੁਸਲਮਾਨਾਂ ਦੀ ਬੋਲੀ ਤੋਂ ਬਿਨਾਂ ਕਿਸੇ ਹੋਰ ਬੋਲੀ ਦੇ ਵਿੱਚ ਗੱਲ ਵੀ ਨਹੀਂ ਸੀ ਕਰ ਸਕਦਾ, ਇੱਥੇ ਤੱਕ ਕਿ ਇੱਥੋਂ ਦੇ ਖੱਤਰੀ ਲੋਕ ਵੀ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ, ਉਹ ਆਪਣਾ ਧਰਮ ਤਿਆਗ ਚੁੱਕੇ ਸਨ, ਮਲੇਸ਼ਾਂ ਦੀ, ਮੁਸਲਮਾਨਾਂ ਦੀ ਭਾਸ਼ਾ ਉਹਨਾਂ ਨੇ ਧਾਰਨ ਕਰ ਲਈ ਸੀ। ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਜੁਰਤ ਸੀ। ਜਿਹੜੇ ਲੋਕ ਅੱਜ ਕਹਿੰਦੇ ਨੇ ਗਰਵ ਨਾਲ ਕਹੋ ਕਿ ਅਸੀਂ ਹਿੰਦੂ ਹਾਂ, ਸਾਡੀ ਭਾਸ਼ਾ ਹਿੰਦੀ ਆ, ਇਹ ਤਿਆਗ ਚੁੱਕੇ ਸਨ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ 59 ਸ਼ਬਦ ਤੇ 57 ਸ਼ਲੋਕ ਹਿੰਦੀ ਬੋਲੀ ਵਿੱਚ ਉਚਾਰਨ ਕੀਤੇ। ਜਦੋਂ ਔਰੰਗਜ਼ੇਬ ਨੇ ਪਾਬੰਦੀ ਲਾਈ ਹੋਈ ਸੀ, ਜਦੋਂ ਇੱਥੋਂ ਦੇ ਹਿੰਦੂ ਵੀ ਆਪਣੀ ਬੋਲੀ ਛੱਡ ਕੇ ਮੁਸਲਮਾਨਾਂ ਦੀ ਬੋਲੀ ਨੂੰ ਅਪਣਾ ਚੁੱਕੇ ਸਨ, ਜਦੋਂ ਡਰਦਾ ਕੋਈ ਹਿੰਦੀ ਬੋਲੀ ਦੇ ਵਿੱਚ ਗੱਲ ਨਹੀਂ ਸੀ ਕਰਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਰਤੀ ਸੰਸਕ੍ਰਿਤੀ ਦੇ ਜਿਹੜੇ ਸੰਕੇਤ ਸਨ, ਚਾਹੇ ਉਹ ਗੱਜ ਹਾਥੀ ਸੀ, ਚਾਹੇ ਉਹ ਗਨਕਾ ਸੀ, ਚਾਹੇ ਉਹ ਅਜਾਮਲ ਸੀ, ਇਸ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਧਰਮ ਪ੍ਰਚਾਰ ਲਈ ਤੁਰੇ ਤੇ ਇੱਥੋਂ ਦੇ ਲੋਕਾਂ ਨੂੰ ਸਮਝਾਇਆ ਵੀ ਤੁਹਾਡੀ ਸੰਸਕ੍ਰਿਤੀ ਇਹ ਕਹਿੰਦੀ ਇੱਕ ਹਾਥੀ ਪਸ਼ੂ ਹੈ,
ਜੇ ਉਹ ਜੁੜ ਕੇ ਪੁਕਾਰ ਕਰਦਾ ਤੇ ਮਾਲਕ ਉਹਦੀ ਰੱਖਿਆ ਕਰਦਾ, ਕੀ ਤੁਹਾਡੀ ਹਾਲਤ ਪਸ਼ੂਆਂ ਤੋਂ ਵੀ ਦੁਰਬਰ ਹੋ ਗਈ ਹੈ ਵੀ ਤੁਸੀਂ ਨਹੀਂ ਰੱਬ ਨੂੰ ਪੁਕਾਰ ਸਕਦੇ, ਤੁਸੀਂ ਨਹੀਂ ਰੱਬ ਦੀ ਬੰਦਗੀ ਕਰ ਸਕਦੇ? ਜੇ ਤੁਹਾਡੀ ਸੰਸਕ੍ਰਿਤੀ ਕਹਿੰਦੀ ਹੈ ਵੀ ਗਨਕਾ ਨੇ ਅਰਾਧਿਆ, ਅਜਾਮਲ ਨੇ ਅਰਾਧਿਆ, ਏਡੇ ਏਡੇ ਵੱਡੇ ਪਾਪੀ ਤਰ ਗਏ, ਤੇ ਕੀ ਤੁਸੀਂ ਉਹਨਾਂ ਪਾਪੀਆਂ ਤੋਂ ਵੀ ਮਾੜੇ ਹੋ? ਤੁਸੀਂ ਰੱਬ ਦੀ ਬੰਦਗੀ ਕਿਉਂ ਨਹੀਂ ਕਰਦੇ? ਤੁਸੀਂ ਇੰਨੇ ਡਰੇ ਹੋਏ, ਤੁਸੀਂ ਇੰਨੇ ਘਬਰਾਏ ਹੋਏ, ਤੁਸੀਂ ਇੰਨੀ ਹੀਣ ਭਾਵਨਾ ਦੇ ਵਿੱਚ ਕਿਉਂ ਗਏ ਹੋ? ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਨ, ਜਿਨ੍ਹਾਂ ਨੇ ਸੱਚਮੁੱਚ ਹਰ ਖੇਤਰ ਦੇ ਵਿੱਚ ਹੱਦ ਕਰ ਦਿੱਤੀ। ਕਿਉਂਕਿ ਜਦੋਂ ਅਸੀਂ ਕੁਰਬਾਨੀਆਂ ਦਾ ਇਤਿਹਾਸ ਵੇਖਦੇ ਹਾਂ, ਆਪਣੇ ਧਰਮ ਕਰਮ ਲਈ, ਆਪਣੇ ਪਰਿਵਾਰ ਲਈ, ਆਪਣੇ ਕਬੀਲੇ ਲਈ, ਆਪਣੇ ਹੱਕਾਂ ਲਈ ਆਦਿ ਕਾਲ ਤੋਂ ਪ੍ਰਭੂ ਪਿਆਰੇ ਭਗਤ ਜਨ, ਸਮਾਜ ਸੇਵਕ ਆਪਾਂ ਕੁਰਬਾਨ ਕਰਦੇ ਆਏ ਨੇ। ਪਰ ਇਹ ਪਹਿਲੀ ਵਾਰ ਸੀ ਕਿ ਜਿਸ ਸੰਸਕ੍ਰਿਤੀ ਵਿੱਚ, ਜਿਸ ਧਰਮ ਕਰਮ ਵਿੱਚ ਆਪਣਾ ਵਿਸ਼ਵਾਸ ਤੱਕ ਨਹੀਂ, ਉਹਦੇ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦੇਣੀ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਇਸ ਵਿਖੜੇ ਤੇ ਭਿਆਨਕ ਸਮੇਂ ਵਿੱਚ ਵਾਪਰਿਆ ਹੋਇਆ ਸਭ ਤੋਂ ਵੱਡਾ ਸਾਕਾ ਦੱਸਿਆ ਵੀ ਜਿੰਨੇ ਵੀ ਸਾਕੇ ਵਾਪਰੇ ਨੇ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕੱਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਸਿਰ ਦੇ ਦਿੱਤਾ ਪਰ ਆਪਣਾ ਸਿਰੜ, ਆਪਣਾ ਸਿਦਕ, ਆਪਣਾ ਵਿਸ਼ਵਾਸ, ਆਪਣੀ ਪਰਪੱਕਤਾ ਜਿਹੜੀ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਨਹੀਂ ਛੱਡੀ। ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜੂਝੇ, ਤੇਗ ਚਲਾਉਣ ਵਿੱਚ ਵੀ ਹੱਦ ਵਿਖਾ ਦਿੱਤੀ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਘੁੱਟ ਕੇ ਛਾਤੀ ਨਾਲ ਲਾਇਆ, ਕਹਿਣ ਲੱਗੇ ਤੁਸੀਂ ਤਿਆਗ ਮਲ ਨਹੀਂ, ਤੁਸੀਂ ਮੇਰੇ ਤੇਗ ਬਹਾਦਰ ਹੋ। ਹੁਣ ਤੇਗ ਬਹਾਦਰ ਜਿਹੜਾ ਸ਼ਸਤਰ ਚਲਾਉਣ ਵਿੱਚ, ਤੇਗ ਚਲਾਉਣ ਵਿੱਚ ਬਹਾਦਰ ਹੋਵੇ, ਸ਼ਸਤਰਾਂ ਦਾ ਸੰਬੰਧ ਗੁਰੂ ਤੇਗ ਬਹਾਦਰ ਸਾਹਿਬ ਦੇ ਲਕਬ ਨਾਲ ਜੁੜਿਆ ਹੋਇਆ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਤਰੁੱਠ ਕੇ 3 ਬਖਸ਼ਿਸ਼ਾਂ ਕੀਤੀਆਂ ਸਨ ਬੀਜ ਮਾਤਰ। ਇੱਕ ਪੋਥੀ ਸਾਹਿਬ, ਦੂਸਰਾ ਰੁਮਾਲ ਤੇ ਤੀਸਰੀ ਕਟਾਰ। ਇਹ ਬੀਜ ਮਾਤਰ ਬਖਸ਼ਿਸ਼ ਗੁਰੂ ਦਰ ਤੋਂ ਪ੍ਰਾਪਤ ਕੀਤੀ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨੂੰ ਵਧਾਇਆ ਕਿ ਜਿਹੜਾ ਰੁਮਾਲ ਸੀ ਉਹ ਧਰਮ ਦੀ ਚਾਦਰ ਬਣ ਗਿਆ, ਜਿਹੜੀ ਕਟਾਰ ਸੀ ਉਹ ਤੇਗ ਦਾ ਰੂਪ ਧਾਰਨ ਕਰ ਗਈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਇਹ ਬਖਸ਼ਿਸ਼ਾਂ ਕਿ ਰੁਮਾਲ ਨੂੰ ਵਧਾ ਕੇ ਲੰਮਿਆਂ ਕਰਕੇ ਚਾਦਰ ਦਾ ਰੂਪ ਦੇ ਦਿੱਤਾ, ਤੇ ਕਟਾਰ ਨੂੰ ਤੇਗ ਦਾ ਰੂਪ ਦੇ ਦਿੱਤਾ, ਤੇ ਪੋਥੀ ਸਾਹਿਬ ਤੋਂ ਬਾਣੀ ਪੜ੍ਹ ਕੇ ਲਿਵ ਜੋੜ ਕੇ 59 ਸ਼ਬਦ ਤੇ 57 ਸ਼ਲੋਕ ਸਾਨੂੰ ਬਖਸ਼ਿਸ਼ ਕੀਤੇ। ਜਿੱਥੇ ਪ੍ਰਚਲਿਤ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, ਉਸ ਵੇਲੇ ਔਰੰਗਜ਼ੇਬ ਨੇ ਸੰਗੀਤ ਤੇ ਪਾਬੰਦੀ ਲਾਈ ਹੋਈ ਸੀ। ਇੱਕ ਦਿਨ ਸੰਗੀਤਕਾਰਾਂ ਨੇ ਰੋਸ ਵਜੋਂ ਸੰਗੀਤ ਦਾ ਜਨਾਜ਼ਾ ਕੱਢਿਆ, ਤੇ ਏਡਾ ਜ਼ਾਲਮ ਹਾਕਮ ਸੀ ਕਿ ਉਹਨਾਂ ਦੀ ਗੱਲ ਮੰਨਣ ਦੀ ਬਜਾਏ ਸਗੋਂ ਇਹ ਕਹਿਣ ਲੱਗਾ ਵੀ ਇਸ ਜਨਾਜ਼ੇ ਨੂੰ ਇੰਨਾ ਡੂੰਘਾ ਦਫਨ ਕਰੋ ਵੀ ਇਹ ਮੁੜ ਕੇ ਸੁਰਜੀਤ ਨਾ ਹੋ ਸਕੇ। ਉਹਦੀ ਸਕੀ ਪੁੱਤਰੀ ਜੇਬੁਲ ਨਿਸਾ ਇੱਕ ਦਿਨ ਬਾਗਾਂ ਵਿੱਚ ਟਹਿਲ ਰਹੀ ਸੀ, ਤੇ ਜਦੋਂ ਕੋਇਲ ਨੇ ਮਿੱਠੀ ਮਿੱਠੀ ਸੁਰ ਦੇ ਵਿੱਚ ਸੰਗੀਤ ਅਲਾਪ ਕੀਤਾ, ਤੇ ਉਹ ਕਹਿਣ ਲੱਗੀ ਤੈਨੂੰ ਨਹੀਂ ਪਤਾ ਮੇਰੇ ਅੱਬਾ ਦਾ ਰਾਜ ਹੈ ਤੇ ਇਹਦੀ ਹਕੂਮ ਵਿੱਚ ਸੰਗੀਤ ਤੇ ਪਾਬੰਦੀ ਹੈ, ਤੇ ਤੂੰ ਮਿੱਠੇ ਮਿੱਠੇ ਨਗਮੇ ਗਾ ਰਹੀ ਹੈ। ਔਰੰਗਜ਼ੇਬ ਨੇ ਜਦੋਂ ਸੁਣਿਆ ਵੀ ਮੇਰੀ ਪੁੱਤਰੀ ਮੇਰੇ ਤੇ ਕਟਾਸ਼ ਕਰਦੀ, ਉਹਨੂੰ ਹੁਕਮ ਦਿੱਤਾ ਵੀ ਇਹਨੂੰ ਜੰਜੀਰਾਂ ਵਿੱਚ ਜਕੜ ਕੇ ਜੇਲ੍ਹ ਖਾਨੇ ਵਿੱਚ ਬੰਦ ਕਰ ਦਿਓ। ਇਹੋ ਜਿਹਾ ਕੱਟੜ ਮੁਤੱਸਬੀ ਰਾਜਾ ਸੀ ਔਰੰਗਜ਼ੇਬ ਵੀ ਉਹ ਗੱਲ ਮੰਨਣ ਲਈ ਤਿਆਰ ਨਹੀਂ ਸੀ। ਉਹ ਸਗੋਂ ਇਹ ਕਹਿੰਦਾ ਸੀ ਵੀ ਜਿਸ ਰੋਸ ਵਿੱਚ ਇਹ ਲੋਕ ਜਨਾਜ਼ਾ ਲੈ ਕੇ ਆਏ ਨੇ, ਇਹਨਾਂ ਦੀ ਗੱਲ ਨਹੀਂ ਮੰਨਣੀ, ਇਹ ਸੰਗੀਤ ਦਾ ਜਨਾਜ਼ਾ ਜਿਹੜਾ ਹੈ ਇਹ ਡੂੰਘਾ ਧਰਤੀ ਦੇ ਵਿੱਚ ਦੱਬ ਦਿੱਤਾ ਜਾਵੇ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਜੁਰਤ ਕੀਤੀ, ਪ੍ਰਚਲਿਤ ਰਾਗਾਂ ਤੋਂ ਇਲਾਵਾ ਇੱਕ ਰਾਗ ਜੈਜਾਵੰਤੀ ਵਿੱਚ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ। ਔਰੰਗਜ਼ੇਬ ਦੀ ਪਾਬੰਦੀ ਨੂੰ ਕਬੂਲਿਆ ਨਹੀਂ। ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਰੁਮਾਲ ਜਿਹੜਾ ਸੀ ਉਹਨੂੰ ਚਾਦਰ ਬਣਾਇਆ। ਅੱਜ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ, ਧਰਮ ਦੀ ਚਾਦਰ, ਮਨੁੱਖਤਾ ਦੀ ਚਾਦਰ ਕਹਿੰਦੇ, ਕਿਉਂਕਿ ਇਹ ਸ਼ਾਇਦ ਹੀ ਨਹੀਂ ਪੱਕਾ ਹੀ ਹੈ ਕਿ ਜੇ ਉਸ ਵੇਲੇ ਦਾ ਮਜਲੂਮ ਲੋੜਵੰਦ ਮੁਸਲਮਾਨ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਦੀ ਚਾਦਰ ਕਿਹਾ ਜਾਣਾ ਸੀ।
ਜੇ ਲੋੜਵੰਦ ਈਸਾਈ ਹੁੰਦਾ ਤੇ ਸਤਿਗੁਰੂ ਜੀ ਨੂੰ ਈਸਾਈਅਤ ਦੀ ਚਾਦਰ ਕਿਹਾ ਜਾਂਦਾ, ਪਰ ਉਸ ਵੇਲੇ ਦਾ ਲੋੜਵੰਦ ਮਜਲੂਮ ਹਿੰਦੂ ਸੀ, ਇਸ ਕਰਕੇ ਸਤਿਗੁਰੂ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ। ਪਰ ਸਤਿਗੁਰੂ ਕੇਵਲ ਹਿੰਦ ਦੀ ਚਾਦਰ ਨਹੀਂ, ਬਲਕਿ ਧਰਮ ਦੀ ਚਾਦਰ, ਮਨੁੱਖਤਾ ਦੀ ਚਾਦਰ ਸਨ। ਜਦੋਂ ਸਤਿਗੁਰਾਂ ਦੇ ਹਜੂਰੀ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀਆਂ ਵਿੱਚੋਂ ਕਵੀ ਸੈਨਾਪਤੀ, ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮਕਾਲੀ ਸਨ, ਉਹਨਾਂ ਨੇ ਗੁਰੂ ਸ਼ੋਭਾ ਵਿੱਚ ਲਿਖਿਆ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਕੀ ਚਾਦਰ, ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲ ਯੁਗ ਮੈਂ ਸਾਖੀ, ਸਗਲ ਸ੍ਰਿਸ਼ਟ ਜਾਂਕਾ ਜਸ ਭਇਓ, ਜਿਹ ਤੇ ਸਰਬ ਧਰਮ ਬਚਾਇਓ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਸਤਿਗੁਰ ਤੇਗ ਬਹਾਦਰ ਦੇ ਬਾਝ ਹਿੰਦ ਤੇ, ਚਾਦਰ ਕਿਸੇ ਕੀ ਪ੍ਰੇਮ ਦੀ ਤਾਨਣੀ ਏ, ਉਸ ਪਿਆਰੇ ਸਤਿਗੁਰੂ ਦਾ ਸੀਸ ਤੱਕ ਕੇ, ਸੀਨਾ ਹੋ ਰਿਹਾ ਛਾਨਣੀ ਛਾਨਣੀ ਏ, ਕਰਨੀ ਵਾਲੇ ਦੀ ਕਰਨੀ ਦੀ ਮਿਹਰਬਾਨੀ, ਪਰਲੋ ਤੀਕ ਸੰਸਾਰ ਨੇ ਜਾਣਨੀ ਏ। ਉਹ ਚਾਨਣ ਅੱਜ ਵੀ ਉਹਦਾ ਸੰਸਾਰ ਅੰਦਰ, ਜਿਹਦੀ ਚਾਂਦਨੀ ਚੌਂਕ ਵਿੱਚ ਚਾਨਣੀ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਚਾਦਰ ਨਾ ਬਣਦੇ ਤੇ ਅੱਜ ਕਿਹੋ ਜੀ ਦੁਰਦਸ਼ਾ ਹੋਣੀ ਸੀ ਭਾਰਤ ਵਰਸ਼ ਦੀ, ਇਹਦਾ ਅਨੁਮਾਨ ਵੀ ਨਹੀਂ ਲਾਇਆ ਜਾ ਸਕਦਾ। ਸਾਈਂ ਬੁੱਲੇ ਸ਼ਾਹ ਵਰਗੇ ਮੁਸਲਮਾਨ ਜਦੋਂ ਵੇਖਦੇ ਨੇ ਕਿ 9 ਸਾਲ ਦੀ ਉਮਰ ਵਿੱਚ ਬਾਲਕ ਗੋਬਿੰਦ ਰਾਏ ਜੀ ਆਪਣੇ ਪਿਤਾ ਜੀ ਨੂੰ ਬੇਨਤੀ ਕਰ ਰਹੇ ਨੇ ਕਿ ਜੇ ਸਿਰ ਦੇ ਕੇ ਧਰਮ ਬਚਦਾ ਕਿਸੇ ਮਹਾਤਮਾ ਦੀ ਕੁਰਬਾਨੀ ਨਾਲ, ਤੇ ਤੁਹਾਡੇ ਤੋਂ ਵੱਡਾ ਮਹਾਤਮਾ ਹੋਰ ਕੌਣ ਹੈ? ਤੇ ਉਦੋਂ ਸਾਈਂ ਬੁੱਲੇ ਸ਼ਾਹ ਨੇ ਲਿਖਿਆ, ਇਹ ਹਿੰਦੁਸਤਾਨ ਦੇ ਲੋਕੋ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਪਰਉਪਕਾਰ ਨਾ ਕਰਦੇ ਤੇ ਫਿਰ ਸੱਚਮੁੱਚ ਨਾ ਕਹੂੰ ਅਬ ਕੀ, ਨਾ ਕਹੂੰ ਕਬ ਕੀ, ਮੈਂ ਤੋ ਬਾਤ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਕਿਸੇ ਦਾ ਤਿਲਕ ਜੰਜੂ ਨਹੀਂ ਸੀ ਹੋਣਾ। ਔਰੰਗਜ਼ੇਬ ਸਵਾ ਮਣ ਜਨੇਊ ਉਤਾਰ ਕੇ ਰਾਤ ਦੀ ਰੋਟੀ ਖਾਂਦਾ ਸੀ। ਸਾਰਿਆਂ ਦੀ ਉਹਨੇ ਸੁਨਤ ਕਰ ਦੇਣੀ ਸੀ, ਸਾਰਿਆਂ ਨੂੰ ਮੁਸਲਮਾਨ ਬਣਾ ਦੇਣਾ ਸੀ। ਜੇ ਅੱਜ ਵੱਖਰੇ ਵੱਖਰੇ ਧਰਮ ਭਾਰਤ ਵਰਸ਼ ਵਿੱਚ ਕਾਇਮ ਨੇ, ਇਹ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ ਬਣੇ ਤੇ ਉਹਨਾਂ ਨੇ ਧਰਮ ਬਚਾਏ। ਔਰ ਸੱਚਮੁੱਚ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਗੁਰਮਤਿ ਦਾ ਹਰ ਫਲਸਫਾ ਲਿਖਿਆ, ਜੇ ਆਪਾਂ ਪੰਜਾਂ ਪਿਆਰਿਆਂ ਦੀ ਮਹਾਨਤਾ ਪੜ੍ਹਦੇ ਹਾਂ ਤੇ ਗੁਰੂ ਦਾ ਪਿਆਰਾ ਕੌਣ ਹੈ, ਤੇ ਭਾਈ ਗੁਰਦਾਸ ਜੀ ਲਿਖਦੇ ਨੇ, ਧੰਨ ਗੁਰੂ ਪਿਆਰੇ। ਜੇ ਚਾਦਰ ਦਾ ਫਲਸਫਾ ਭਾਈ ਗੁਰਦਾਸ ਜੀ ਭਾਵੇਂ 6ਵੇਂ ਪਾਤਸ਼ਾਹ ਤੱਕ ਹੋਏ ਨੇ, ਉਹਨਾਂ ਦੀ ਜਿਹੜੀ ਰਚਨਾ ਹੈ ਵਾਰਾਂ ਕਵਿਤ ਤੇ ਸਵਈਏ, ਉਹਨਾਂ ਨੂੰ ਪੜ੍ਹੀਏ ਤੇ ਉਹਦੇ ਵਿੱਚੋਂ ਪਤਾ ਲੱਗਦਾ ਵੀ ਚਾਦਰ ਬਣਨ ਵਾਸਤੇ ਜਿਹੜੀ ਚਾਦਰ ਕਿਸੇ ਇੱਕ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਢੱਕਦੀ ਹੈ, ਤੇ ਜਦੋਂ ਔਰੰਗਜ਼ੇਬ ਪੂਰੇ ਭਾਰਤ ਨੂੰ ਨੰਗਾ ਕਰਨ ਲੱਗਾ ਸੀ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਦਰ ਬਣ ਕੇ ਇਹਨਾਂ ਦਾ ਪਰਦਾ ਕੱਜਿਆ। ਇੱਕ ਨਿੱਕੀ ਜੀ ਚਾਦਰ ਬਣਨ ਵਾਸਤੇ ਕਿੰਨਾ ਜਫਰ ਜਾਲਣਾ ਪੈਂਦਾ। ਭਾਈ ਗੁਰਦਾਸ ਜੀ ਕਹਿੰਦੇ, ਵਡੇਵਿਆਂ ਵੱਲ ਵੇਖਿਓ, ਵਡੇਵਿਆਂ ਨੂੰ ਸਵਾਹ ਵਿੱਚ ਮਸਲ ਕੇ ਮਿੱਟੀ ਵਿੱਚ ਬੀਜਿਆ ਜਾਂਦਾ ਹੈ, ਉਹਦਾ ਬੂਟਾ ਉੱਗਦਾ, ਉਹਨੂੰ ਟੀਂਡੇ ਲੱਗਦੇ ਨੇ, ਸੂਰਜ ਦੀਆਂ ਕਿਰਨਾਂ ਨਾਲ ਟੀਂਡਿਆਂ ਦਾ ਮੂੰਹ ਫੁੱਟਦਾ, ਉਹਦੇ ਵਿੱਚ ਰੂਹ ਨਿਕਲਦਾ, ਸਵਾਣੀਆਂ ਜਾ ਕੇ ਰੂਹ ਚੁਗਦੀਆਂ ਨੇ, ਲਿਆ ਕੇ ਘਰ ਵਿੱਚ ਉਹਨੂੰ ਫਿਰ ਪਿੰਜਿਆ ਜਾਂਦਾ, ਵੇਲਿਆ ਜਾਂਦਾ, ਕੱਤਿਆ ਜਾਂਦਾ, ਉਹਦੇ ਗੋੜੇ ਤਿਆਰ ਕੀਤੇ ਜਾਂਦੇ ਨੇ, ਉਹਨੂੰ ਧੋ ਕੇ ਉਹਨੂੰ ਪਾਹ ਦੇ ਕੇ ਰੰਗਿਆ ਜਾਂਦਾ। ਦਰਜੀ ਆਉਂਦਾ, ਕੈਂਚੀ ਨਾਲ ਕੱਟਦਾ ਤੇ ਸੂਈ ਨਾਲ ਜਦੋਂ ਉਹ ਜੋੜਦਾ, ਤੇ ਇੰਨਾ ਲੰਮਾ ਸੰਘਰਸ਼ ਕਰਨ ਤੋਂ ਬਾਅਦ ਇੱਕ ਨਿੱਕੀ ਜੀ ਚਾਦਰ ਬਣਦੀ, ਉਹ ਇੱਕ ਦਾ ਪਰਦਾ ਕੱਜਦੀ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖਤਾ ਦਾ ਪਰਦਾ ਕੱਜਣਾ ਸੀ, ਮਜਲੂਮਾਂ ਦਾ ਪਰਦਾ ਕੱਜਣਾ ਸੀ। ਇਹ ਸੱਚ ਹੈ। ਔਰੰਗਜ਼ੇਬ ਨੰਗਿਆਂ ਕਰਨ ਲੱਗਾ ਸੀ। ਇਹ ਰੋ ਰੋ ਕੇ ਕਸ਼ਮੀਰੀ ਪੰਡਤਾਂ ਨੇ ਆਖਿਆ ਸੀ, ਪਾਤਸ਼ਾਹ ਸਾਡੀ ਧੋਤੀ ਨੂੰ ਖਤਰਾ, ਸਾਡੀ ਬੋਦੀ ਨੂੰ ਖਤਰਾ, ਸਾਡੇ ਧਰਮ ਨੂੰ ਖਤਰਾ, ਸਾਡੇ ਕਰਮ ਨੂੰ ਖਤਰਾ, ਸਾਡੇ ਤਿਲਕ ਨੂੰ ਖਤਰਾ, ਸਾਡੇ ਜੰਜੂ ਨੂੰ ਖਤਰਾ। ਇੰਨਾ ਮਜ਼ਾਕ ਉਡਾਉਂਦਾ ਸੀ ਕਿ ਜੇ ਕਿਸੇ ਦੇ ਮੱਥੇ ਤੇ ਤਿਲਕ ਲੱਗਾ ਹੋਣਾ ਤੇ ਮੁਸਲਮਾਨ ਨੂੰ ਕਹਿਣਾ, ਆ ਇਹਦਾ ਤਿਲਕ ਚੱਟ, ਜਨੇਊ ਉਤਾਰ ਦੇ। ਇੰਨਾ ਮੁਤਸਬੀ ਰਾਜਾ ਸੀ। ਤੇ ਜਦੋਂ ਇਸ ਤਰ੍ਹਾਂ ਦੀ ਤਹਿਲਕਾ ਮੱਚੀ ਹੋਈ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਦਰ ਬਣਨਾ, ਭਾਈ ਗੁਰਦਾਸ ਜੀ ਕਹਿੰਦੇ ਨੇ, ਚਾਦਰ ਵੱਲ ਵੇਖਿਓ ਤੇ ਸਹੀ, ਹੋਏ ਵਡੇਵਾਂ ਜੱਗ ਵਿੱਚ, ਬੀਜੈ ਤਨ ਖੇ ਨਾਲ ਰਲਾਇਆ, ਬੂਟੀ ਹੋਏ ਕਪਾਹ ਦੀ ਹੱਸ ਹੱਸ ਟੀਂਡੇ ਆਪ ਖੜਾਇਆ, 2 ਮਿਲ ਵੇਲਣ ਵੇਲਿਆ,
ਲੂ ਲੂ ਕਰਕੇ ਤੁੰਬ ਤੰਬਾਇਆ, ਪਿੰਜਣ ਪਿੰਜ ਪੰਜਾਇਆ, ਕਰ ਕਰ ਗੋੜੀ ਸੂਤ ਕਤਾਇਆ, ਵਣ ਤੁਣ ਦੁੱਖ ਧਵਾਏ ਕੈ, ਦੇ ਦੇ ਦੁੱਖ ਧਵਾਏ ਰੰਗਾਇਆ, ਕੈਂਚੀ ਕੱਟਣ ਕੱਟਿਆ, ਸੂਈ ਧਾਗੇ ਜੋੜ ਸਵਾਇਆ, ਲੱਜਣ ਕਾਜ ਹੋਏ ਕਜਾਇਆ। ਕਹਿੰਦੇ ਫਿਰ ਉਹ ਕਿਸੇ ਦੇ ਪਰਦੇ ਨੂੰ ਕੱਜਣ ਦੀ ਸਮਰੱਥਾ ਰੱਖਦੀ ਹੈ, ਉਹ ਚਾਦਰ ਬਣਦੀ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿੱਡਾ ਵੱਡਾ ਜਿਹੜਾ ਸੰਘਰਸ਼ ਹੈ ਉਹ ਕੀਤਾ ਹੋਵੇਗਾ। ਜਦੋਂ ਕਸ਼ਮੀਰੀ ਪੰਡਤ ਕਿਰਪਾ ਰਾਮ, ਕਿਉਂਕਿ ਇਹਨਾਂ ਦੇ ਵੱਡੇ ਵਡੇਰੇ ਸਨ ਬ੍ਰਹਮਦਾਸ, ਜੋ ਕਸ਼ਮੀਰ ਦੀ ਧਰਤੀ ਤੇ ਮਟਨ ਇਲਾਕੇ ਵਿੱਚ ਰਹਿੰਦੇ ਸਨ, ਜਿੱਥੇ ਕਦੇ ਗੁਰੂ ਨਾਨਕ ਸਾਹਿਬ ਜੀ ਗਏ ਤੇ ਉਹਨਾਂ ਨੇ ਬ੍ਰਹਮਦਾਸ ਨੂੰ ਸਿੱਖਿਆ ਦਿੱਤੀ ਸੀ ਵੀ ਤੂੰ ਪੜ੍ਹ ਕੇ ਜੋ ਪੁਸਤਕਾਂ ਨੇ ਉਹਨਾਂ ਦੇ ਢੇਰ ਲਾਏ ਹੋਏ ਨੇ, ਗੱਡੇ ਲੱਦ ਕੇ ਵੱਡੀਆਂ ਸਭਾਵਾਂ ਵਿੱਚ ਜਾ ਕੇ ਤੂੰ ਬਹਿ ਚਰਚਾ ਕਰਕੇ ਦੂਜਿਆਂ ਨੂੰ ਹਰਾ ਕੇ ਇਹੀ ਧਰਮ ਸਮਝੀ ਬੈਠਾ। ਨਹੀਂ, ਕਿਤਾਬਾਂ ਨੂੰ ਪੜ੍ਹਨ ਦੇ ਨਾਲ ਆਪਣੇ ਆਪ ਨੂੰ ਵੀ ਪੜ੍ਹਨਾ ਚਾਹੀਦਾ। ਪੜ੍ਹ ਗੱਡੀ ਲੱਦੀਆਂ, ਪੜ੍ਹ ਭਰੀਆਂ ਸਾਥ ਆਸਾ ਦੀ ਵਾਰ ਵਿੱਚ, ਨਾਨਕ ਲੇਖਿਆ ਇੱਕ ਗੱਲ ਹੋਰ ਹਉਮੈ ਝਕਣਾ ਝਾਕ। ਉਸ ਦਿਨ ਤੋਂ ਇਹ ਬ੍ਰਹਮਦਾਸ ਦੀ ਜਿਹੜੀ ਸੰਤਾਨ ਸੀ, ਇਹ ਗੁਰੂ ਘਰ ਦੀ ਸ਼ਰਧਾਲੂ ਬਣ ਗਈ, ਸਤ ਸੰਗ ਵਿੱਚ ਆਉਣਾ ਜਾਣਾ ਸੀ। ਬ੍ਰਹਮਦਾਸ ਦੀ ਵੰਸ਼ ਵਿੱਚ ਪੈਦਾ ਹੋਇਆ ਸੀ ਪੰਡਤ ਕਿਰਪਾ ਰਾਮ, ਜਿਹੜਾ 16 ਬ੍ਰਾਹਮਣਾਂ ਨੂੰ ਨਾਲ ਲੈ ਕੇ, ਜਿਨੇ 4 ਸਫੇਰੇ ਨਜ਼ਰ ਮਾਰੀ ਸੀ ਤੇ ਉਹਨਾਂ ਨੂੰ ਇੱਕੋ ਹੀ ਘਰ ਦਿਖਿਆ ਸੀ ਗੁਰੂ ਨਾਨਕ ਸਾਹਿਬ ਦਾ, ਜਿਹੜਾ ਸਾਡੀ ਬਾਂਹ ਪਕੜ ਸਕਦਾ ਹੈ। ਆ ਵੇਖੋ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਤਿਆਗ ਤੇ ਵਿਰਾਗ ਅਨੁਰਾਗ ਦਾ ਜ਼ਿਕਰ ਹੈ, ਪਰ ਸਤਿਗੁਰੂ ਜੀ ਨੇ ਕਿਤੇ ਜ਼ਿਕਰ ਨਹੀਂ ਕੀਤਾ ਵੀ ਘਰ ਛੱਡ ਦਿਓ, ਬੱਚੇ ਛੱਡ ਦਿਓ। ਸਾਹਿਬ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ, ਜੇ ਛੱਡਣਾ ਤੇ ਮਨ ਦਾ ਹੰਕਾਰ ਛੱਡੋ, ਵਿਸ਼ੇ ਵਿਕਾਰ ਛੱਡੋ। ਵੈਰਾਗ ਕੋਈ ਨਿਰਾਸ਼ਤਾ ਵਾਲਾ ਨਹੀਂ, ਸਗੋਂ ਜਿਹੇ ਵਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ, ਤੇ ਨਰ ਮਾਥੇ ਭਾਗ। ਕੋਈ ਜੋਗੀਆਂ ਵਾਂਗ ਘਰ ਛੱਡ ਕੇ ਉਪਰਾਮਤਾ ਵਾਲਾ ਨਹੀਂ, ਸਗੋਂ ਜਾਂਕੋ ਜੋਗੀ ਖੋਜ ਤਹਾਰੇ, ਪਾਇਓ ਨਾਹੇ ਤੇ ਪਾਰਾ, ਸੋ ਸੁਆਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਸਾਹਿਬ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਸੀ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਆਪੇ ਦੀ ਪੜਚੋਲ ਕਰਨੀ ਹੈ। ਔਰ ਵੈਰਾਗ ਵੀ ਇਹ ਕਿ ਘਰ ਪਰਿਵਾਰ ਵਿੱਚ ਰਹਿ ਕੇ ਲਿਵ ਪਰਮੇਸ਼ਰ ਨਾਲ ਜੋੜਨੀ ਹੈ। ਜਦੋਂ ਧਨ ਪਦਾਰਥਾਂ ਵਿੱਚ ਰਹਿੰਦਿਆਂ ਆਪਣੀ ਲਿਵ ਨੂੰ ਉੱਚਾ ਰੱਖਣਾ, ਇਹ ਹੈ ਅਸਲ ਵਿੱਚ ਉਪਰਾਮਤਾ। ਭਾਈ ਗੁਰਦਾਸ ਜੀ ਵੀ ਲਿਖਦੇ ਨੇ, ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਬਰਾਗੀ, ਗ੍ਰਹਿ ਤਜ ਬਨ ਖੰਡ ਹੋਤ ਨਾ ਉਧਾਰ ਜੀ। ਹੋਵੇ ਗੁਰੂ ਦਾ ਸਿੱਖ ਤੇ ਉਹ ਗ੍ਰਸਥ ਪਰਿਵਾਰ ਵਿੱਚ ਰਹਿ ਕੇ ਵਿਰਾਗੀ ਬਣੇ ਤੇ ਫਿਰ ਤੇ ਸਮਝ ਆਉਂਦੀ ਆ, ਪਰ ਜੇ ਕੋਈ ਘਰ ਛੱਡ ਕੇ ਜੰਗਲਾਂ ਵੱਲ ਤੁਰ ਪਵੇ, ਉਹਨੂੰ ਅਸੀਂ ਗੁਰਸਿੱਖੀ ਵਾਲਾ ਬੈਰਾਗ ਨਹੀਂ ਕਹਿ ਸਕਦੇ। ਇਸ ਕਰਕੇ ਗਰੀਬ ਨਵਾਜ ਜੀ ਨੇ ਜਦੋਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ 16 ਬ੍ਰਾਹਮਣ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਆ ਕੇ ਫਰਿਆਦ ਕੀਤੀ, ਰੋ ਕੇ ਭਰੇ ਹੋਏ ਮਨ ਨਾਲ ਕਿਹਾ, ਹਾਥ ਜੋਰ ਕਹਿਓ ਕਿਰਪਾ ਰਾਮ, ਦਤ ਬ੍ਰਾਹਮਣ ਮਟਨ ਗ੍ਰਾਮ, ਹੇ ਗੁਰ ਤੇਗ ਬਹਾਦਰ ਰਾਈ, ਹਮਰੋ ਬਲ ਅਬ ਰਹਿਓ ਨਾ ਕਾਈ। ਬਲ ਮੁੱਕ ਗਿਆ ਸਾਡਾ। ਕਿਹੋ ਜੀ ਹਾਲਤ ਹੋਵੇਗੀ? ਕਹਿਣ ਲੱਗੇ ਰੋ ਕੇ ਕਿ ਹੇ ਗੁਰ ਤੇਗ ਬਹਾਦਰ ਰਾਈ, ਹਮਰੋ ਬਲ ਅਬ ਰਹਿਓ ਨਾ ਕਾਈ, ਗੱਜ ਕੇ ਬੰਧਨ ਕਾਟਨ ਹਾਰੇ, ਤੁਮ ਗੁਰ ਨਾਨਕ ਹੋ ਅਵਤਾਰੇ। ਕਿਰਪਾ ਕਰੋ, ਅਸੀਂ ਸੁਣਿਆ ਜ਼ਰੂਰ ਹੈ ਵੀ ਇੱਥੇ ਸ਼ਰਨ ਆਇਆਂ ਦੀ ਲਾਜ ਰੱਖੀ ਗਈ, ਪਰ ਵੇਖਿਆ ਨਹੀਂ। ਅੱਜ ਵੇਖਣਾ ਚਾਹੁੰਦੇ ਹਾਂ। ਅਸੀਂ ਹੀ ਦ੍ਰੋਪਦੀ ਦਾ ਰੂਪ ਧਾਰਨ ਕਰਕੇ ਆਏ ਹਾਂ। ਸਾਡੀ ਹਾਲਤ ਸੁਦਾਮੇ ਵਰਗੀ ਹੈ। ਕਿਰਪਾ ਕਰੋ, ਸਾਡੀ ਲਾਜ ਰੱਖੋ, ਅਸੀਂ ਸ਼ਰਨ ਵਿੱਚ ਆਏ ਹਾਂ। ਉਸ ਵੇਲੇ ਕਿੰਨੇ ਤਿਆਗੀ ਸੰਨਿਆਸੀ ਉਦਾਸੀ ਹੋਣਗੇ, ਜਿਨ੍ਹਾਂ ਨੇ ਘਰ ਛੱਡਿਆ, ਬੱਚੇ ਛੱਡੇ, ਸਭ ਕੁਝ ਛੱਡ ਕੇ ਜੰਗਲਾਂ ਵਿੱਚ ਚਲੇ ਗਏ। ਪਰ ਕਿਸੇ ਨੇ ਪੁਕਾਰ ਸੁਣ ਕੇ ਇਹ ਨਹੀਂ ਕਿਹਾ ਵੀ ਅਸੀਂ ਆਪਣਾ ਤਨ ਤਿਆਗਣ ਲਈ ਤਿਆਰ ਹਾਂ, ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ। ਪਰ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਘਰ ਵਿੱਚ ਰਹਿੰਦੇ ਸਨ, ਪਰਿਵਾਰ ਵਿੱਚ ਰਹਿੰਦੇ ਸਨ, ਉਹਨਾਂ ਨੇ ਅੱਜ ਤਿਆਰੀ ਕੀਤੀ। ਕਹਿਣ ਲੱਗੇ ਜਾਓ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਧਾਰਨ ਕਰ ਲੈਣ ਤੇ ਅਸੀਂ ਆਪਣੇ ਆਪ ਸਾਰੇ ਇਸਲਾਮ ਧਾਰਨ ਕਰ ਲਵਾਂਗੇ। ਉਸ ਵੇਲੇ ਜਿੱਥੇ ਬਾਲਕ ਗੋਬਿੰਦ ਰਾਏ ਜੀ ਨੇ
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਤਰ੍ਹਾਂ ਗੰਭੀਰ ਵੇਖ ਕੇ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪੂਰੀ ਤਿਆਰੀ ਵਿੱਚ ਨੇ, ਉਹਨਾਂ ਦੀ ਹਾਂ ਨਾਲ ਹਾਂ ਮਿਲਾ ਕੇ ਕਿਹਾ, ਪਿਤਾ ਜੀ ਜੇ ਸੱਚਮੁੱਚ ਕਿਸੇ ਦਾ ਸਿਰ ਦਾ ਚੱਪੂ ਲੱਗੇ ਤੇ ਫਿਰ ਇਹਨਾਂ ਦੀ ਧਰਮ ਦੀ ਬੇੜੀ ਪਾਰ ਹੋ ਸਕਦੀ ਹੈ, ਤੇ ਫਿਰ ਆਪ ਕਿਰਪਾ ਕਰੋ, ਆਪ ਆਪਣੀ ਕੁਰਬਾਨੀ ਦਿਓ। ਕਿਉਂਕਿ ਉਸ ਵੇਲੇ ਦੀ ਇਹ ਹਾਲਤ ਬਣ ਚੁੱਕੀ ਸੀ, ਸਾਗਰ ਜ਼ੁਲਮ ਦੇ ਵਿੱਚ ਤੂਫਾਨ ਆਇਆ, ਬੇੜਾ ਧਰਮ ਦਾ ਡਾਵਾਂ ਡੋਲ ਹੋਇਆ, ਧੱਕੇ ਸਾਈ ਵੇ ਜਾਨ ਮਜਲੂਮ ਕੁਚਲੇ, ਸੱਚ ਧਰਮ ਦਾ ਬਿਸਤਰਾ ਗੋਲ ਹੋਇਆ, ਰਿਆ ਖੌਫ ਨਹੀਂ ਖੁਦਾ ਦਾ ਹਾਕਮਾਂ ਨੂੰ, ਚਿੜੀਆਂ ਮਰਨਾ ਤੇ ਗਵਾਰਾਂ ਦਾ ਚੋਲ ਹੋਇਆ, ਅੱਜ ਕੋਈ ਮਹਾਤਮਾ ਸਿਰ ਦੇ ਕੇ ਰੱਖੇ ਹਿੰਦ ਨੂੰ, ਗੁਰਾਂ ਦਾ ਬੋਲ ਹੋਇਆ। ਸਤਿਗੁਰਾਂ ਕਿਹਾ ਅੱਜ ਇਹ ਧਰਮ ਤਾਂ ਬਚੇਗਾ, ਇਹਨਾਂ ਦੀ ਬੇੜੀ ਡੁੱਬਣੋਂ ਤਾਂ ਬਚੇਗੀ ਜੇ ਕੋਈ ਮਹਾਤਮਾ ਆਪਣਾ ਸਿਰ ਦੇ ਕੇ, ਸਿਰ ਦਾ ਚੱਪੂ ਲਾ ਕੇ ਇਹਨਾਂ ਦੀ ਬੇੜੀ ਪਾਰ ਕਰੇ। ਮਾਤਾ ਗੁਜਰੀ ਵੀ ਉਸ ਵੇਲੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੋਰਿਆ, ਕਿਉਂਕਿ ਅੱਜ ਜਦੋਂ ਅਸੀਂ ਭਾਰਤ ਵਰਸ਼ ਦੀ ਨਾਰੀ ਵੱਲ ਵੇਖਦੇ ਹਾਂ ਤੇ ਇੱਥੇ ਇੱਕੋ ਹੀ ਗੱਲ ਸਮਝਾਈ ਗਈ ਹੈ ਕਿ ਤੂੰ ਸਦਾ ਆਪਣੇ ਸੁਹਾਗ ਦੀ ਸਲਾਮਤੀ ਮੰਗਣੀ ਆ। ਬੀਬੀਆਂ ਭੈਣਾਂ ਕਿਤੇ ਚਾਦਰਾਂ ਵੀ ਕੱਢਦੀਆਂ ਹੋਣ ਨਾ, ਤੇ ਉੱਥੇ ਵੀ ਸੂਈ ਧਾਗੇ ਨਾਲ ਉਹ ਇਹੀ ਲਿਖਦੀਆਂ ਨੇ, ਸਦਾ ਸੁਹਾਗਣ। ਇੱਥੇ ਬੜੇ ਬੜੇ ਕਰਮ ਕਾਂਡ ਕਰ ਲਈ ਕਿਹਾ ਜਾਂਦਾ ਵੀ ਸੁਹਾਗ ਬਚਿਆ ਰਵੇ, ਪਰ ਧੰਨ ਹੈ ਮਾਂ ਗੁਜਰੀ, ਜੇ ਚਾਹੁੰਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰ ਸਕਦੇ ਸਨ, ਪਾਤਸ਼ਾਹ ਤੁਸੀਂ ਸ਼ਹੀਦ ਹੋ ਗਏ ਤੇ ਮੇਰੇ ਸੁਹਾਗ ਦਾ ਕੀ ਬਣੇਗਾ। ਪਰ ਪਤਾ ਸੀ ਮਾਤਾ ਗੁਜਰ ਕੌਰ ਨੂੰ, ਜੇ ਮੈਂ ਆਪਣਾ ਸੁਹਾਗ ਬਚਾਇਆ ਤੇ ਕੱਲ ਸੂਰਜ ਚੜ੍ਹਨ ਦੀ ਦੇਰ ਹੈ, ਔਰੰਗਜ਼ੇਬ ਨੇ ਲੱਖਾਂ ਸੁਹਾਗ ਉਜਾੜ ਦੇਣੇ ਨੇ। ਅੱਜ ਵੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਆ ਵਰਤ ਰੱਖ ਕੇ ਕਰਮ ਕਾਂਡ ਨਹੀਂ ਕਰਨੇ ਚਾਹੀਦੇ, ਸਗੋਂ ਮਾਂ ਗੁਜਰੀ ਦਾ ਸ਼ੁਕਰਾਨਾ ਕਰਨਾ ਚਾਹੀਦਾ। ਜੇ ਸੁਹਾਗ ਬਚਾਉਣ ਵਾਲੀ ਹੈ ਤੇ ਮਾਂ ਗੁਜਰੀ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵੱਲ ਤੁਰੇ, ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਉਦੇ ਜੀ, ਭਾਈ ਜੈਤਾ ਜੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਰਤ ਵਰਸ਼ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਵਿਚਰ ਰਹੇ ਸਨ ਤੇ ਉਦਾਹਰਨਾਂ ਦੇ ਰਹੇ ਸਨ ਡੋਲਦੇ ਮਨਾਂ ਨੂੰ ਕਿ ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ, ਉਦਰਿਓ ਗਨਕਾ ਹੂੰ ਗਤ ਪਾਈ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ, ਤਾਂਕੋ ਦੁਖ ਹਰਿਓ ਕਰਨਾਮੈ ਆਪਣੀ ਪੈਜ ਵਡਾਈ। ਜਿਹ ਨਰ ਜਸ ਕਿਰਪਾ ਨਿਧ ਗਾਇਓ, ਤਾਂਕੋ ਭਇਓ ਸਹਾਈ। ਮੈਂ ਪਹਿਲਾਂ ਬੇਨਤੀ ਕੀਤੀ ਕਿ ਜਿੱਥੇ ਗੁਰੂ ਨੇ ਰੁਮਾਲ ਬਖਸ਼ਿਸ਼ ਕੀਤਾ ਤੇ ਉਹ ਧਰਮ ਦੀ ਚਾਦਰ ਬਣਾਇਆ, ਜਿੱਥੇ ਸਤਿਗੁਰੂ ਜੀ ਨੂੰ ਪੋਥੀ ਸਾਹਿਬ ਬਖਸ਼ਿਸ਼ ਹੋਈ, ਉਹਨਾਂ ਨੇ 59 ਸ਼ਬਦ ਤੇ 57 ਸ਼ਲੋਕ ਉਚਾਰਨ ਕਰਕੇ ਸਾਨੂੰ ਪ੍ਰਮਾਤਮਾ ਦੇ ਗੁਣ ਗਾਉਣ ਦੀ ਪ੍ਰੇਰਨਾ ਕੀਤੀ, ਪਰਮੇਸ਼ਰ ਨਾਲ ਪ੍ਰੀਤ ਪਾਉਣ ਦੀ ਪ੍ਰੇਰਨਾ ਕੀਤੀ। ਬੜੇ ਬੜੇ ਸੰਕੇਤ ਵਰਤ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਨਿਰਭੈ ਅਵਸਥਾ ਦੇ ਉਹ ਆਪ ਵੀ ਧਾਰਨੀ ਸਨ ਤੇ ਸਮਸਤ ਜਗਤ ਨੂੰ ਇੱਕ ਸਿਧਾਂਤ ਦਿੱਤਾ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। खुद आप गिरफ्तार हुए, क्योंकि जब से सुना है मर जाने से मिलती है जिंदगी, सर पे बांधे खफन कातिल को ढूंढते हैं। ये पहली वार सी कि सतगुरु जी आप कतलगाह दे विच पहुंचे और जदों गुरु तेग बहादुर साहब जी नूं गिरफ्तार किया गया तो उन्होंने कई डरावे दिते गए, जिवें एक डराउनी हवेली विच रखा गया, एक ऐसा पिंजरा जिहदे विच तिखे तिखे सूए सन भी ना गुरु तेग बहादुर साहब जी सौ सकण ना बैठ सकण, जे हिलण भी तो कोई सूआ इधरों वजे कोई इधरों वजे। कदे ध्यान धरियो गुरु तेग बहादुर साहब महाराज का कि सतगुरु साहब जी नूं इस तरह डरावे दिते गए, क्योंकि औरंगजेब ने ये कह छड्या सी कि जिन्हों भी तुसीं मुसलमान बनाउणा पहलां प्रेरणा करो, फिर लोभ दिखाओ, तो जे फिर नहीं तो जबरदस्ती उहदा दीन बदल दिओ जां फिर उहनूं फिर कतल कर दिओ। क्योंकि किश लोभ दिखाए जुल्म कराए, तुरक बनाए बहु हिंदू, बहु तग लहाव, तिलक चटावत अत सतावें तुर किंदू। सतगुरु गुरु तेग बहादुर साहब नूं डर देण वास्ते उन्हां दे तीन प्यारे गुरसिख भाई मती दास जी नूं आरे नाल चीरिया गया, भाई सती दास जी नूं रूह विच लपेट के अग ला के शहीद किया गया, भाई दयाला जी नूं देग विच उबाल के।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਡੋਲ ਰਹੇ ਤੇ ਉਸ ਵੇਲੇ ਸਭ ਤੋਂ ਪਹਿਲਾਂ ਜਿਹੜਾ ਕਾਜੀ ਫਤਵਾ ਸੁਣਾਉਣ ਵਾਲਾ ਸੀ ਨਾ, ਉਹ ਆਇਆ, ਵਹਾਬੋਦੀਨ। ਕਹਿਣ ਲੱਗਾ, ਸਤਿਗੁਰੂ ਜੀ ਤੁਸੀਂ ਆਪਣੇ ਮਨ ਵਿੱਚ ਕਿਤੇ ਇਹ ਨਾ ਸੋਚਿਓ ਵੀ ਤੁਸੀਂ ਮਹਾਂਪੁਰਖ ਹੋ ਤੇ ਜਦੋਂ ਮੈਂ ਫਤਵਾ ਤੁਹਾਨੂੰ ਸੁਣਾਉਣਾ ਤੇ ਸ਼ਾਇਦ ਮੇਰੇ ਹੱਥ ਕੰਬਣ ਜਾਂ ਮੇਰੀ ਜ਼ੁਬਾਨ ਰੁਕੇ। ਨਹੀਂ, ਮੇਰਾ ਤੇ ਪਿਤਾ ਪੁਰਖੀ ਕੰਮ ਹੈ, ਮੈਂ ਇਹ ਫਤਵਾ ਸੁਣਾ ਦੇਣਾ ਹੈ। ਤੇ ਇਹ ਫਤਵਾ ਤੁਹਾਨੂੰ ਪਤਾ ਹੀ ਕੀ ਹੈ, ਮੇਰਾ ਪਿਤਾ ਪੁਰਖੀ ਕੰਮ ਹੈ ਫਤਵੇ ਸੁਣਾਉਣ ਦਾ। ਜਲਾਦ ਆਇਆ ਤੇ ਜਲਾਦ ਨੇ ਤਿੱਖੀ ਤੇਗ ਜਿਹੜੀ ਲਿਸ਼ਕਦੀ ਸੀ ਨਾ, ਉਹ ਮਿਆਨ ਵਿੱਚੋਂ ਬਾਹਰ ਕੱਢ ਕੇ ਕਹਿਣ ਲੱਗਾ, ਮੈਂ ਜਲਾਲੋਦੀਨ ਸਮਾਣੇ ਦਾ ਰਹਿਣ ਵਾਲਾ ਜਲਾਦ ਹਾਂ ਤੇ ਮੇਰੇ ਪਿਤਾ ਪੁਰਖੀ ਕੰਮ ਹੈ ਵੀ ਮੈਂ ਜਦੋਂ ਵੀ ਮੈਨੂੰ ਹੁਕਮ ਹੁੰਦਾ ਹੈ, ਮੈਂ ਜਿਹੜੇ ਸਿਰ ਨੇ ਧੜ ਤੋਂ ਵੱਖਰੇ ਕਰ ਦਿੰਦਾ, ਮੈਨੂੰ ਇਹਦੇ ਪੈਸੇ ਮਿਲਦੇ ਨੇ। ਮਤਾਂ ਸੋਚਿਓ ਵੀ ਮੇਰਾ ਹੱਥ ਕੰਬ ਜਾਵੇਗਾ ਜਦੋਂ ਮੈਂ ਤਲਵਾਰ ਚਲਾਉਣੀ ਹੈ। ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸਾਰੀ ਜ਼ਿੰਦਗੀ ਗੰਭੀਰ ਰਹੇ, ਗੰਭੀਰ ਹੋ ਕੇ ਕਿਸੇ ਨੂੰ ਸੰਕਟ ਵਿੱਚੋਂ ਕੱਢਿਆ ਜਾ ਸਕਦਾ ਨਾ, ਪਰ ਅੱਜ ਖਿੜਖੜਾ ਕੇ ਹੱਸੇ ਚਾਂਦਨੀ ਚੌਂਕ ਦੇ ਵਿੱਚ। ਕਹਿਣ ਲੱਗੇ ਫਿਰ ਤਾਂ ਬੜਾ ਮਜ਼ਾ ਆਵੇਗਾ, ਇੱਕ ਪਿਤਾ ਪੁਰਖੀ ਫਤਵੇ ਸੁਣਾਉਣ ਵਾਲਾ ਕਾਜੀ, ਇੱਕ ਪਿਤਾ ਪੁਰਖੀ ਹੱਥ ਵਿੱਚ ਤਲਵਾਰ ਪਕੜ ਕੇ ਸਿਰ ਕਲਮ ਕਰਨ ਵਾਲਾ ਜਲਾਦ, ਤੇ ਇੱਧਰ ਵੀ ਤਾਂ ਪਿਤਾ ਪੁਰਖੀ ਸ਼ਹਾਦਤ ਦਾ ਵਿਰਸਾ ਸਾਨੂੰ ਮਿਲਿਆ ਧੰਨ ਗੁਰੂ ਅਰਜਨ ਦੇਵ ਜੀ ਤੋਂ। ਜਦੋਂ ਤੱਤੀ ਤਵੀ ਤੇ ਬੈਠੇ ਸਨ ਤੇ ਸਾਈਂ ਮੀਆਂ ਮੀਰ ਨੇ ਕਿਹਾ ਸੀ, ਪਾਤਸ਼ਾਹ ਇਹ ਕੀ? ਤੇ ਸਾਹਿਬ ਨੇ ਕਿਹਾ ਸੀ, ਅਸੀਂ ਬੀਜ ਮਾਤਰ ਸ਼ਹਾਦਤ ਦੇਣ ਲੱਗੇ ਹਾਂ, ਵੇਖੀ ਇਹਦਾ ਇੰਨਾ ਵਿਸਤਾਰ ਹੋਣਾ ਕਿ ਬੀਜ ਲਾਹੌਰ ਦੀ ਧਰਤੀ ਤੇ ਬੀਜਿਆ ਤੇ ਇਹਦੀਆਂ ਟਾਹਣੀਆਂ ਚਾਂਦਨੀ ਚੌਂਕ ਤੱਕ ਜਾਣੀਆਂ ਨੇ। ਕਿਸੇ ਕਵੀ ਨੇ ਲਿਖਿਆ ਕਿ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿੜ ਜਾਣਗੇ ਸਾਰੇ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ। ਮੈਕ ਉੱਠੂ ਚਮਕੌਰ ਦੀ ਜੂ ਸਾਰੀ, ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ। ਅੱਧ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਸਦਾ ਰਹੇਗੀ ਬਣੀ ਬਹਾਰ ਇਸ ਤੇ, ਲਾਗੇ ਖਿਜਾਨ ਇਸ ਦੇ ਢੁਕਣਾ ਨਹੀਂ। ਲੱਗੀ ਔੜ ਤੇ ਇਸ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਆ ਜਿਹੜੀ ਤੇਗ ਲਿਸ਼ਵੀਂ ਕੱਢ ਕੱਢ ਕੇ ਤੁਸੀਂ ਮੈਨੂੰ ਡਰਾਉਣ ਦਾ ਯਤਨ ਕਰਦੇ ਹੋ, ਇਹ ਮੈਂ ਪਹਿਲੀ ਵਾਰ ਥੋੜਾ ਵੇਖੀ ਹੈ। ਅੱਜ ਵੀ ਕਈ ਸਿੱਖ ਕਹਿਣਗੇ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵਾਰ ਕੱਢੀ ਤੇ ਕਈ ਡਰ ਕੇ ਭੱਜ ਗਏ। ਉਹ ਨਹੀਂ ਭਲਿਓ, ਸਿੱਖ ਪਹਿਲਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤਲਵਾਰਾਂ ਦਾ ਯੁੱਗ ਵੇਖ ਚੁੱਕੇ ਨੇ, 4 ਧਰਮ ਯੁੱਧ ਲੜ ਕੇ ਫਤਿਹ ਕਰ ਚੁੱਕੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਬਹਾਦਰੀ ਨਾਲ ਤੇਗ ਚਲਾਈ ਸੀ। ਤੇ ਜਦੋਂ ਜਲਾਦ ਨੇ ਤੇਗ ਦਿਖਾ ਕੇ ਕਿਹਾ ਵੀ ਮੈਂ ਸ਼ਾਇਦ ਡਰਾ ਸਕਾਂ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਜਿਹਨੂੰ ਲਕਬ ਵੀ ਤੇਗ ਬਹਾਦਰੀ ਦਾ ਉਹਨੂੰ ਤੇਰੀ ਤੇਗ ਕਿਵੇਂ ਡਰਾ ਸਕਦੀ ਹੈ? ਸਾਹਿਬ ਨੇ ਚਾਂਦਨੀ ਚੌਂਕ ਵਿੱਚ ਕਿਹਾ ਸੀ, ਕੱਢ ਲੈ ਤੇਗ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, 1 2 ਨਹੀਂ ਪਰਖ ਲੈ 100 ਤੇਗਾਂ। ਓਏ ਮੈਨੂੰ ਲਕਬ ਵੀ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ। ਮੈਂ ਤੇ ਜੰਮਦਿਆਂ ਤੇਗਾਂ ਦੀ ਸ਼ਾਂ ਮਾਣੀ, ਵੇਖ ਪਿਤਾ ਦੀਆਂ ਪਹਿਨੀਆਂ 2 ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ। ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਏਗੀ ਤੇਰੀਆਂ ਖੋਹ ਤੇਗਾਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਇਹ 3 ਸ਼ਰਤਾਂ ਰੱਖੀਆਂ ਗਈਆਂ। ਕਵੀ ਸੰਤੋਖ ਸਿੰਘ ਹੋਣਾ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਕਿ ਉਸ ਵੇਲੇ ਇਹ ਸ਼ਰਤਾਂ ਪੜ੍ਹ ਕੇ ਸੁਣਾਈਆਂ ਗਈਆਂ। ਪਹਿਲੀ ਸ਼ਰਤ ਕਿ ਤੁਸੀਂ ਇਸਲਾਮ ਧਾਰਨ ਕਰੋ, ਸ਼ਰਅ ਦੇ ਮੁਤਾਬਕ ਚੱਲ ਕੇ ਕਲਮਾ ਪੜ੍ਹੋ। ਜੇ ਇਹ ਨਹੀਂ ਮਨਜ਼ੂਰ ਤੇ ਫਿਰ ਕਰਾਮਾਤ ਵਿਖਾਓ। ਜੇ ਇਹ ਵੀ ਗੱਲ ਨਹੀਂ ਮੰਨਣੀ ਤੇ ਫਿਰ ਸ਼ਹੀਦ ਹੋਣ ਲਈ ਤਿਆਰ ਹੋ ਜਾਓ। ਸਾਹਿਬ ਨੇ ਕਿਹਾ, ਜਿਵੇਂ ਬਾਦਸ਼ਾਹ ਔਰੰਗਜ਼ੇਬ ਨੂੰ ਆਪਣਾ ਦੀਨ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ ਹੈ। ਕਰਾਮਾਤ ਮਾਲਕ ਦੀ ਬਖਸ਼ਿਸ਼ ਹੈ, ਪਰ ਆਪਣੇ ਬਚਾਅ ਲਈ, ਆਪਣੀ ਪ੍ਰਸਿੱਧੀ ਲਈ, ਆਪਣੀ ਪੂਜਾ ਕਰਾਉਣ ਲਈ ਕਰਾਮਾਤ ਵਿਖਾਉਣੀ, ਇਹਦੇ ਵਰਗਾ ਕਹਿਰ ਹੀ ਕੋਈ ਨਹੀਂ। ਤੀਸਰੀ ਗੱਲ ਕਿ ਸ਼ਹੀਦ ਹੋਣ ਲਈ ਤਿਆਰ ਹਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਿਹਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ, 3 ਬਾਤ ਨਿਰਣੈ ਕਰ ਲੀਜੈ, ਲਖੋ ਭਲੀ ਸੋ ਧਾਰਨ ਕੀਜੈ। 3 ਸ਼ਰਤਾਂ ਨੇ, ਜਿਹੜੀ ਚੰਗੀ ਲੱਗੇ ਮੰਨ ਲਓ। ਸ਼ਰਾ ਚਲੋ ਕਲਮੇ ਕੋ ਪੜ੍ਹ ਮੁਖ, ਦੇ ਸ਼ਾ ਭੋਗੈ ਸਭ ਬਿਦ ਸੁਖ।
राम राय जिम तुमरा पोता, सदा शाह अनुसारी होता। जे हठ करो न मानो, एहो करामात कामल होए दियो। जे ये दोनों नाहन मानो, अपने पान प्राण को हानो। साहब कहन लगे तीसरी शर्त मंजूर है कि असी शहीद होने वास्ते तैयार हाँ। जद जालम नौवें गुरां ते तलवार चलाई, उदों धरती अंबर डोलिया, कंब गई लुकाई। उत्थे मची हाहाकार सी जनता कुरलाई। फिर जैते कीता हौसला, हिम्मत दिखलाई। वो शीस उठा के लै गया कर सूरमताई। औरंगजेब का हुक्म सी भी जदों गुरु तेग बहादुर साहब का शीस ते इन्हां दे धड़ नूं दिल्ली के दरवाजियां ते टंगिया जाएगा, दहशत फैलेगी। कोई अगे तो जुरत नहीं करेगा कि मैं गैर मुसलमानों का पक्ष करा, मजलूमां का पक्ष करा। पर जिथे भाई जैता जी ने तरावड़ी, अंबाला, नाभा साहब, कीरतपुर साहब आदਿਕ ये वक्रे वक्रे 4-5 पड़ावां तो हुंदे होए फिर गुरु साहब जी का पावन सीस कीरतपुर साहब तो संगतां नगर कीर्तन के रूप में श्री आनंदपुर साहब लैके गईयां सन। इस तरह जो उस वेले भाई लखी शाह वणजारा सन, जिहड़े जिन्हां दे कई गड्डे वपार दे चलदे सन, जो शाही फौज नूं लाल किले दे विच जां होर थावां ते रसदां भेजण दा काम करदा सी, उन्हां ने अपने एक गड्डे दे विच रूं दे विच गुरु तेग बहादुर साहब जी का धड़ रख के बड़ी शरधा भावना दे नाल अपने घर जिथे गुरुद्वारा रकाबगंज साहब बनया होया उत्थे जाके धड़ का संस्कार किया। और 1675 नूं धन गुरु तेग बहादुर साहब जी ने इवें शहादत दे के मजलूमां की रख्या की। किसी कवि ने बड़ा सोहना लिखिया है, जो आशिक हैं शहादत के वो जीना छोड़ देते हैं, खिलौना समझ कर जिस्म को खुशी से फोड़ देते हैं। न ताजो तख्त न हूरों की हसरत, खुदा खुदाई भी दे तो उसको मोड़ देते हैं। शहीद की जो मौत है वो कौम की हयात है, हयात तो हयात है वो मौत भी हयात है। औरंगजेब डराउणा चाहुंदा सी, काम खत्म करना चाहुंदा सी, पर पंजाबी दा कवि लिखदा है, जिथे अंबां नूं पिया बूर होवे, कोयल उस तां आके चहक दिए। जिथे जिथे शहीदां दी रत डुले, उत्थे फसल गुलाब दी महक दिए। जिवें गुलाब नूं जिन्ना कटीए उन्ना विस्तार हुंदा है, इवें गुरु तेग बहादुर साहब दी शहादत तो बाद फिर पंजां प्यारियां दे रूप विच अपने सीस अर्पण करन वाले, चरखड़ियां ते चढ़न वाले, आरियां नाल चीरे जाण वाले, रंबियां नाल खोपर लवाउण वाले, घल्लू घारियां दे दौरान शांतमई ढंग नाल शहादतां देण वाले, बंद बंद कटाउण वाले, तलियां ते सीस टिकाउण वाले, इत्थे तक कि फांसियां दे रस्से चुम्मण वाले, तोपां ते टैंकां अगे छातियां तानण वाले, गोलियां दी वाछड़ नूं अपने ते सहारन वाले तैयार हो गए। क्योंकि धन गुरु अर्जन देव ते गुरु तेग बहादुर साहब की शहादत ने एक मार्ग दर्शन दिता। अगे चल के इस भारत वर्ष नूं जिथे मुगलों तो आज़ादी दिवाउण लई गुरु साहब अते गुरसिखां ने कुर्बानियां कीतियां, अंग्रेज़ां तो भारत नूं आज़ाद कराउण वास्ते सिखां दीयां बड़ियां वड्डियां कुर्बानियां ने आईयां। पड़तलां बीड़ के तोपखाने अगों सिंघां ने पासड़े मोड़ दिते। मेवा सिंह माखे कां होए सिद्धे, हल्ले 3 फरंगी दे मोड़ दिते। शाम सिंह उटारी वाले, बन शस्त्री जोड़ विछोड़ सुटे। शाह मुहम्मदा सिंघां ने गोरियां दे वांग निंबूआं लहू निचोड़ सुटे। आ आज़ादी किते एवें नहीं मिली, ये गुरु साहब जी दे गुरसिखां ने बड़ियां वड्डियां कुर्बानियां कीतियां ने। ते फिर जाके भारत वर्ष जिहड़ा आज़ाद होया, सतगुरु किरपा करन। परवाने जिंदगी का इतबार नहीं करते, क्षमा ते सड़ मरनों नहीं डरते। डुब मरन की लोड़ है उस वतन नूं जिहड़े लोग शहीदां दा सत्कार नहीं करते। धन गुरु तेग बहादुर साहब ने इस राष्ट्र नूं बचाया। अज लोड़ है कि गुरु तेग बहादुर साहब के परोपकारां नूं समझिया जावे। जिवें उन्हां ने मजलूमां की खातर अपने तन तक की कुर्बानी दे दिती, उन्हां दी बड़ी अदुੱਤੀ ते लसानी शहादत है, जिन्हों कोटान कोट और बेअंत बेअंत वार साडा सिजदा है, साडा प्रणाम है। गुरु तेग बहादुर साहब की इस शहादत नूं आओ सतगुरु साहब जी के बख्शे हुए पावन मुख वाग की विचार नाल जुड़िए।
ਸਤਿਗੁਰੂ ਗਰੀਬ ਨਵਾਜ ਜੀ ਕਿਰਪਾ ਕਰ ਰਹੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਘਰ ਦੂਜਾ ਸ਼ੰਤ। ਜੈਤ ਸਰੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਪਾਵਨ ਬਚਨ ਨੇ ਜੋ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਤੇ ਸ਼ੰਤ ਸਰਲੇਖ ਭਾਵ ਸ਼ਬਦ ਦੇ 4 ਪਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸੰਖੇਪ ਵਿੱਚ ਮੰਗਲ ਹੈ, ਜਿਵੇਂ ਹਰ ਕਵੀ ਆਪਣੀ ਰਚਨਾ ਤੋਂ ਪਹਿਲਾਂ ਮੰਗਲ ਕਰਦਾ ਹੈ। ਤੇ ਸਤਿਗੁਰਾਂ ਦਾ ਇਸ਼ਟ ਜਿਹੜਾ ਹੈ ਉਹ ਅਕਾਲ ਪੁਰਖ ਹੈ, ਔਰ ਅਕਾਲ ਪੁਰਖ ਵਾਹਿਗੁਰੂ ਦਾ ਹੀ ਮੰਗਲ ਕੀਤਾ ਹੈ ਕਿ ਉਹ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ, ਸਭ ਦਾ ਪ੍ਰਕਾਸ਼ਕ ਹੈ, ਉਹ ਸਤ ਸਰੂਪ ਹੈ। ਇਸ ਕਰਕੇ ਸੱਚੇ ਸਤਿਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਸਲੋਕ ਊਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ। ਸਤਿਗੁਰੂ ਸਾਹਿਬ ਜੀ ਨੇ 4 ਸ਼ਲੋਕ ਤੇ 4 ਸ਼ੰਤ ਬਖਸ਼ਿਸ਼ ਕੀਤੇ ਨੇ। ਪਹਿਲੇ ਸ਼ਲੋਕ ਵਿੱਚ ਕਿਰਪਾ ਕਰ ਰਹੇ ਨੇ, ਹੇ ਪ੍ਰਭੂ ਤੁਸੀਂ ਬੜੇ ਉੱਚੇ ਹੋ, ਕਿਉਂਕਿ ਮੈਂ ਪੇਖਿਓ ਰੀ ਮੋਹਨ ਊਚਾ ਸਭ ਤੇ ਊਚਾ। ਏਵਡ ਉੱਚਾ ਹੋਵੇ ਕੋਈ ਤਿਸ ਉੱਚਾ ਕੋ ਜਾਣੈ ਸੋਏ। ਏਡਾ ਵੱਡਾ ਕੋਈ ਹੋਵੇ ਤੇ ਫੇਰ ਹੀ ਉਹਦੇ ਬਾਰੇ ਜਾਣੇ ਨਾ। ਪਰ ਉਹ ਜਿੱਥੇ ਅਗੰਮ ਹੈ, ਗਮਤਾ ਤੋਂ ਪਰੇ ਹੈ, ਅਪਾਰ, ਜਿਹਦਾ ਪਾਰਲਾ ਪਾਸਾ ਨਹੀਂ ਪਾਇਆ ਜਾ ਸਕਦਾ, ਉਹ ਪ੍ਰਭੂ ਸਾਡੀ ਕਥਨੀ ਦਾ ਵਿਸ਼ਾ ਨਹੀਂ ਵੀ ਆਪਾਂ ਕਹੀਏ ਵੀ ਅਸੀਂ ਉਹਦੀ ਪੂਰੀ ਕਥਾ ਕਰ ਲਈ ਹੈ। ਨਹੀਂ, ਕਿਆ ਹਉ ਕਥੀ ਕਥੇ ਕਾ ਦੇਖਾ ਮੈਂ ਅਕਥ ਨ ਕਥਨਾ ਜਾਈ। ਉਹਨੂੰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥ। ਇਹ ਨਾਨਕ ਸਗੋਂ ਇਹ ਕਹਿਣਾ ਚਾਹੀਦਾ ਹੈ, ਪ੍ਰਭੂ ਮੈਂ ਤੇਰੀ ਸ਼ਰਨ ਵਿੱਚ ਹਾਂ ਤੇ ਤੁਸੀਂ ਮੇਰੀ ਰਾਖੀ ਕਰਨ ਦੀ, ਰੱਖਿਆ ਕਰਨ ਦੇ ਸਮਰੱਥ ਹੋ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਵੀ ਕਸ਼ਮੀਰੀ ਪੰਡਤਾਂ ਨੇ ਐਵੇਂ ਕਿਹਾ, ਇਹ ਗੁਰੂ ਤੇਗ ਬਹਾਦਰ ਸਾਹਿਬ ਤੁਹਾਡਾ ਬਿਰਧ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਛੰਦਾ। ਤੇ ਪ੍ਰਭੂ ਨੂੰ ਵੀ ਕਿਹਾ ਗਿਆ, ਮਾਲਕ ਜੀ ਤੁਸੀਂ ਰੱਖਿਆ ਕਰਨ ਦੇ ਸਮਰੱਥ ਹੋ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ। ਸ਼ੰਤ ਜਿਉ ਜਾਨਹੁ ਤਿਉ ਰਾਖ ਹਰ ਪ੍ਰਭ ਤੇਰਿਆ। हे ਪ੍ਰਭੂ ਅਸੀਂ ਤੇਰੇ ਜੀਵ ਹਾਂ, ਜਿਵੇਂ ਤੈਨੂੰ ਭਾਉਂਦਾ ਉਵੇਂ ਸਾਡੀ ਰਾਖੀ ਕਰ, ਅਸੀਂ ਕੋਈ ਦਾਵਾ ਨਹੀਂ ਕਰਦੇ। ਕੀਤੇ ਗਨੋ ਅਸੰਖ ਅਵਗੁਣ ਮੇਰਿਆ। ਸਾਡੇ ਕਿੰਨੇ ਹੀ ਬੇਅੰਤ ਅਵਗੁਣ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ। ਅਸੰਖਾਂ ਭਾਵ ਅਣਗਿਣਤ ਸਾਡੇ ਔਗਣ ਨੇ ਤੇ ਅਸੀਂ ਪਾਪਾਂ ਦੇ ਗੇੜਿਆਂ ਵਿੱਚ ਫਸੇ ਪਏ ਹਾਂ। ਖਤੇ ਫੇਰੇ, ਖਤੇ ਪਾਪ ਕਹਿੰਦੇ ਨੇ ਤੇ ਫੇਰੇਦਾਰ ਹੁੰਦਾ ਗੇੜੇ। ਪਾਪ ਮੁੜ ਮੁੜ ਪਾਪ ਕਰਨੇ, ਇਹ ਪਾਪਾਂ ਦੇ ਗੇੜੇ ਵਿੱਚ ਅਸੀਂ ਫਸੇ ਹੋਏ ਹਾਂ। ਨਿਤ ਪ੍ਰਤ ਸਦ ਭੂਲੀਐ, ਨਿਤਾ ਪ੍ਰਤੀ ਅਸੀਂ ਉਕਾਈਆਂ, ਸਾਡੇ ਵਿੱਚ ਖਾਮੀਆਂ ਨੇ, ਅਸੀਂ ਭੁੱਲਾਂ ਕਰਦੇ ਹਾਂ। ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਕੁਲੀਐ। ਇਹ ਮਾਇਆ ਜਿਹੜੀ ਬੜੀ ਵਿਕਰਾਲ ਹੈ, ਡਰਾਉਣੀ ਹੈ, ਇਹਦੇ ਮੋਹ ਵਿੱਚ ਅਸੀਂ ਮਗਨ ਹਾਂ। ਤਉ ਪ੍ਰਸਾਦੀ ਘੁਲੀਆ, ਤੁਹਾਡੀ ਕਿਰਪਾ ਦੇ ਨਾਲ ਬਚ ਸਕੀਦਾ। ਲੋਕ ਕਰਤ ਬੇਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ। ਇਹ ਜੀਵ ਕਈ ਤਰ੍ਹਾਂ ਦੇ ਲੁਕ ਛਿਪ ਕੇ ਵਿਕਾਰ ਕਰਦਾ। ਵਿਕਾਰ ਵੀ ਉਹ ਜਿਹੜੇ ਵਿਖੜੇ, ਜਿਹੜੇ ਇਹਨੂੰ ਦੁੱਖ ਦੇਣ ਵਾਲੇ ਨੇ, ਪਰ ਉਹ ਪ੍ਰਭੂ ਨੇੜੇ ਤੋਂ ਨੇੜੇ ਹੈ, ਭਾਵ ਸਦ ਸੁਣਦਾ, ਸਦ ਵੇਖਦਾ। ਉਹ ਹਮੇਸ਼ਾ ਜੀਵਾਂ ਨੂੰ ਵੇਖ ਰਿਹਾ। ਜੀਵ ਉਹਦੇ ਤੋਂ ਕੁਝ ਵੀ ਲੁਕੋ ਛਪੋ ਨਹੀਂ ਸਕਦੇ। ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਪਹਿਲੇ ਛੰਦ ਦੀ ਸਮਾਪਤੀ ਕਰ ਰਹੇ ਨੇ ਕਿ ਨਾਨਕ ਜੀ ਬੇਨਤੀ ਕਰਦੇ ਨੇ, ਹੇ ਪ੍ਰਭੂ ਤੂੰ ਸਾਡੇ ਤੇ ਦਇਆ ਕਰ, ਸਾਨੂੰ ਇਹ ਜਿਹੜੇ ਭਵ ਸਾਗਰ ਵਿੱਚ ਡੁੱਬਣ ਵਾਲੇ ਜਨਮ ਮਰਨ ਦੇ ਬਾਰ-ਬਾਰ ਗੇੜ ਨੇ ਨਾ, ਇਸ ਗੇੜ ਤੋਂ ਬਚਾ ਲੈ, ਸਾਨੂੰ ਭਵ ਸਾਗਰ ਵਿੱਚੋਂ ਕੱਢ ਲੈ। ਸਲੋਕ ਨਿਰਤ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ। ਦੂਸਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ ਕਿ ਪ੍ਰਭੂ ਦੇ ਅਸੰਖਾਂ ਗੁਣ ਨੇ ਤੇ ਉਹਨਾਂ ਦਾ ਕੋਈ ਨਿਰਣਾ ਨਹੀਂ ਹੋ ਸਕਦਾ। ਊਚਾ ਪ੍ਰਭ ਕਾ ਨਾਉ, ਪ੍ਰਭੂ ਦਾ ਨਾਮਣਾ ਵੀ ਬੜਾ ਉੱਚਾ ਹੈ। ਵੱਡਾ ਸਾਹਿਬ
ਊਚਾ ਥਾਉ, ਊਚੇ ਉੱਪਰ ਊਚਾ ਨਾਉ। ਉਹ ਜਿੱਡਾ ਵੱਡਾ ਆਪ ਓਡਾ ਵੱਡਾ ਉਹਦਾ ਸਥਾਨ, ਓਡਾ ਵੱਡਾ ਹੀ ਉਹਦਾ ਨਾਮਣਾ। ਉਹਦੇ ਗੁਣਾਂ ਦਾ ਕੋਈ ਨਿਰਣਾ ਨਹੀਂ ਹੋ ਸਕਦਾ। ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬੇਨਤੀ ਕਰਦੇ ਨੇ, ਪ੍ਰਭੂ ਮੈਂ ਨਾਨਕ ਦੀ ਇਹ ਬੇਨਤੀ ਹੈ ਕਿ ਮੈਨੂੰ ਨਿਆਸਰੇ ਨੂੰ ਤੁਹਾਡੀ ਸ਼ਰਨ ਵਿੱਚ ਮੈਨੂੰ ਨਥਾਵੇਂ ਨੂੰ ਥਾਂ ਮਿਲ ਜਾਵੇ। ਸ਼ੰਤ ਦੂਸਰ ਨਾਹੀ ਠਾਉ ਕਾ ਪਹਿ ਜਾਈਐ। ਦੂਸਰੇ ਸ਼ੰਤ ਦੇ ਸਤਿਗੁਰੂ ਕਿਰਪਾ ਕਰਦੇ ਨੇ, ਪ੍ਰਭੂ ਤੇਰੇ ਤੋਂ ਬਿਨਾ ਕੋਈ ਹੋਰ ਦੂਜਾ ਥਾਂ ਨਹੀਂ ਹੈ। ਅਸੀਂ ਫਿਰ ਕਿਹਦੇ ਕੋਲ ਜਾਈਏ? ਕਿਉਂਕਿ ਤੁਧਨੋਂ ਛੋੜ ਜਾਈਐ ਪ੍ਰਭ ਕਹਿ ਧਰ, ਆਨ ਨਾ ਬੀਆ ਤੇਰੀ ਸਮਸਰ। ਕੋਈ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ। ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ। ਇਸ ਕਰਕੇ ਅੱਠੇ ਪੈਰ ਹੱਥ ਜੋੜ ਕੇ ਉਸ ਪ੍ਰਭੂ ਨੂੰ ਧਿਆਉਣਾ ਚਾਹੀਦਾ। ਜਿਸ ਠਾਕਰ ਸਿਓ ਨਾਹੀ ਚਾਰਾ ਤਾਂਕੋ ਕੀਜੈ ਸਦ ਨਮਸਕਾਰਾ। ਉਹਦੇ ਵਿੱਚ ਸੁਰਤ ਜੋੜ ਕੇ ਰੱਖਣੀ ਚਾਹੀਦੀ ਹੈ। ਧਿਆਏ ਸੋ ਪ੍ਰਭ ਸਦਾ ਆਪਣਾ, ਮਨ ਹੈ ਚਿੰਦਿਆ ਪਾਈਐ। ਉਹ ਪ੍ਰਭੂ ਜਿਹੜਾ ਤੁਹਾਡਾ ਸਭ ਦਾ ਆਪਣਾ ਹੈ, ਉਹਨੂੰ ਸਦਾ ਇਵੇਂ ਅੱਠੇ ਪੈਰ ਧਿਆਉਣਾ ਚਾਹੀਦਾ ਹੈ। ਤੇ ਸਾਹਿਬ ਜੀ ਕਹਿ ਰਹੇ ਨੇ, ਮਨ ਚਿਤਵੇ ਪਦਾਰਥ ਜਿਹੜੇ ਨੇ, ਜੋ ਵੀ ਉਹਦੇ ਤੋਂ ਮੰਗੀਏ ਉਹ ਪ੍ਰਾਪਤ ਹੁੰਦੇ ਹਨ। ਤਜ ਮਾਨ ਮੋਹ ਵਿਕਾਰ ਦੂਜਾ, ਏਕ ਸਿਉ ਲਿਵ ਲਾਈਐ। ਇਹ ਭਾਈ ਆਪਣੀ ਜ਼ਿੰਦਗੀ ਵਿੱਚੋਂ ਜਦੋਂ ਹੰਕਾਰ, ਮੋਹ, ਵਿਕਾਰ ਤੇ ਦੁਬਿਧਾ, ਦੂਜਾ ਭਾਵ ਤਿਆਗ ਦਈਏ ਤੇ ਇੱਕ ਨਾਲ ਲਿਵ ਜੋੜ ਕੇ, ਇਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਮੈਂ ਸਦਾ ਪਰਮੇਸ਼ਰ ਦਾ ਧਿਆਨ ਧਰਦਾ ਹਾਂ। ਅਰਪ ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈਐ। ਆਪਣਾ ਮਨ ਤਨ ਉਸ ਪ੍ਰਭੂ ਅੱਗੇ ਸਰੈਂਡਰ ਕਰਕੇ, ਉਹਨੂੰ ਸਮਰਪਿਤ ਕਰਕੇ, ਆਪਣਾ ਭਾਵ ਤਿਆਗ ਕੇ, ਆਪਣੀ ਹੋਂਦ ਮਨਫੀ ਕਰਕੇ ਸਦਾ ਉਸ ਪ੍ਰਭੂ ਦੇ ਸਾਹਮਣੇ ਆਪਣਾ ਆਪ ਸਮਰਪਿਤ ਕਰਕੇ ਰਹਿਣਾ ਚਾਹੀਦਾ। ਬਿਨਵੰਤ ਨਾਨਕ ਧਾਰ ਕਿਰਪਾ, ਸਾਚ ਨਾਮ ਸਮਾਈਐ। ਦੂਸਰੇ ਸ਼ੰਦ ਦੀ ਸਤਿਗੁਰੂ ਸੰਪੂਰਨਤਾ ਕਰ ਰਹੇ ਨੇ ਕਿ ਨਾਨਕ ਜੀ ਬੇਨਤੀ ਕਰਦੇ ਨੇ, ਪ੍ਰਭੂ ਤੂੰ ਕਿਰਪਾ ਕਰ ਤਾਂ ਕਿ ਸੱਚੇ ਥਿਰ ਰਹਿਣ ਵਾਲੇ ਨਾਮ ਵਿੱਚ ਅਸੀਂ ਸਮਾ ਸਕੀਏ। ਸਲੋਕ ਰੇ ਮਨ ਤਾਕਉ ਧਿਆਈਐ, ਸਭ ਬਿਦ ਜਾ ਕੈ ਹਾਥ। ਤੀਸਰੇ ਸ਼ਲੋਕ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਹੇ ਮਨ ਉਹਨੂੰ ਧਿਆ ਜਿਹਦੇ ਹੱਥ ਵਿੱਚ ਸਾਰੀ ਜੁਗਤ ਹੈ, ਸਾਰੀਆਂ ਵਿਧੀਆਂ ਹਨ। ਰਾਮ ਨਾਮ ਤਨ ਸੰਚੀਐ, ਨਾਨਕ ਨਿਭੈ ਸਾਥ। ਇਹ ਭਾਈ ਸਦਾ ਪਰਮੇਸ਼ਰ ਦਾ ਜੋ ਨਾਮ ਧਨ ਹੈ ਉਹੀਓ ਇਕੱਤਰ ਕਰਨਾ ਚਾਹੀਦਾ, ਉਹੀਓ ਨਾਲ ਨਿਭਦਾ ਹੈ। ਸੰਤ ਸਾਥੀੜਾ ਪ੍ਰਭ ਏਕ, ਦੂਸਰ ਨਾਹੀ ਕੋਏ। ਤੀਸਰੇ ਸ਼ੰਤ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਇੱਕੋ ਹੀ ਸਾਥੀ ਹੈ ਪ੍ਰਭੂ, ਉਹਦੇ ਤੋਂ ਬਿਨਾ ਕੋਈ ਦੂਜਾ ਹੋਰ ਨਹੀਂ ਹੈ। ਥਾਨ ਥਨੰਤਰ ਆਪ, ਜਲ ਥਲ ਪੂਰ ਸੋਏ। ਉਹੀ ਉਹ ਸਾਰੀਆਂ ਥਾਵਾਂ ਤੇ ਹਰੇਕ ਥਾਂ ਤੇ ਮੌਜੂਦ ਹੈ, ਚਾਹੇ ਪਾਣੀ ਹੈ ਚਾਹੇ ਧਰਤੀ ਹੈ। ਜਲ ਥਲ ਮਹੀਅਲ ਪੂਰ ਰਹਿਆ, ਸਰਬ ਦਾਤਾ ਪ੍ਰਭ ਤਨੀ। ਜਿਹੜਾ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਦਾਤਾ ਪ੍ਰਭੂ ਧਨੀ ਮਾਲਕ ਹੈ, ਉਹ ਪਾਣੀ ਵਿੱਚ, ਧਰਤੀ ਤੇ ਆਕਾਸ਼ ਵਿੱਚ ਪੂਰਿਆ ਹੋਇਆ, ਵਿਆਪਕ ਰਮਿਆ ਹੋਇਆ ਹੈ। ਗੋਪਾਲ ਗੋਬਿੰਦ ਅੰਤ ਨਾਹੀ, ਬੇਅੰਤ ਗੁਣ ਤਾਕੇ ਕਿਆ ਗਨੀ। ਉਹ ਪ੍ਰਭੂ ਜਿਹੜਾ ਧਰਤੀ ਦੇ ਜੀਵਾਂ ਨੂੰ ਪਾਲਣ ਵਾਲਾ, ਧਰਤੀ ਦਾ ਭਾਵ ਮੂਲ, ਸ੍ਰਿਸ਼ਟੀ ਦਾ ਮੂਲ ਜਿਹੜਾ ਗੋਬਿੰਦ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੇ ਬੇਅੰਤ ਗੁਣ ਅਸੀਂ ਕਿਵੇਂ ਬਿਆਨ ਕਰ ਸਕਦੇ ਹਾਂ। ਭਜ ਸਰਣ ਸੁਆਮੀ ਸੁਖੈ ਗਾਮੀ, ਤਿਸ ਬਿਨਾ ਅਨ ਨਾਹੀ ਕੋਏ। ਕਿ ਭਾਈ ਸਦਾ ਉਸ ਪ੍ਰਭੂ ਦੀ ਸ਼ਰਨ ਵਿੱਚ ਪੈ ਕੇ, ਜਿਹੜਾ ਸੁੱਖਾਂ ਤੱਕ ਸਾਨੂੰ ਪਹੁੰਚਾਉਣ ਵਾਲਾ ਹੈ, ਉਹਦੇ ਤੋਂ ਬਿਨਾ ਹੋਰ ਕੋਈ ਨਹੀਂ। ਸਦਾ ਉਹਦੀ ਸ਼ਰਨ ਵਿੱਚ ਪੈ ਕੇ ਉਹਦੀ ਭਜਨ ਬੰਦਗੀ ਉਹਨੂੰ ਸਿਮਰਨਾ ਚਾਹੀਦਾ। ਬਿਨਵੰਤ ਨਾਨਕ ਦਇਆ ਧਾਰੁ,
ਤਿਸ ਪ੍ਰਾਪਤ ਨਾਮ ਹੋਏ। ਇਸ ਲਈ ਨਾਨਕ ਜੀ ਬੇਨਤੀ ਕਰਦੇ ਨੇ, ਪ੍ਰਭੂ ਤੂੰ ਦਇਆ ਧਾਰ, ਜੇ ਤੇ ਤੂੰ ਕਿਰਪਾ ਕਰਦਾ ਨਾ ਉਹਨੂੰ ਤੇਰਾ ਨਾਮ ਪ੍ਰਾਪਤ ਹੋ ਜਾਂਦਾ ਹੈ। ਸਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ। ਚੌਥੇ ਸ਼ਲੋਕ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਜੋ ਮੈਂ ਚਿੱਤ ਵਿੱਚ ਚਿਤਵਿਆ ਸੀ ਉਹ ਮੈਂ ਪ੍ਰਾਪਤ ਕਰ ਲਿਆ। ਨਾਨਕ ਨਾਮ ਧਿਆਏ ਸੁਖ ਸਬਾਇਆ। ਕਿ ਨਾਨਕ ਪਰਮੇਸ਼ਰ ਦਾ ਨਾਮ ਧਿਆ ਕੇ ਸਾਰੇ ਸੁੱਖ ਜਿਹੜੇ ਨੇ ਪ੍ਰਾਪਤ ਹੋ ਜਾਂਦੇ ਹਨ। ਸ਼ਾਂਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ। ਚੌਥੇ ਸ਼ੰਤ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ ਕਿ ਜਦੋਂ ਗੁਰੂ ਦੀ ਸੰਗਤ ਮਿਲੀ, ਸਾਧ ਸੰਗਤ ਵਿੱਚ ਜਾ ਕੇ ਮਨ ਬੰਧਨਾਂ ਤੋਂ ਵਿਕਾਰਾਂ ਤੋਂ ਇਹਦਾ ਛੁਟਕਾਰਾ ਹੋ ਗਿਆ, ਭਾਵ ਇਹ ਛੁੱਟ ਗਿਆ। ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ। ਜਦੋਂ ਗੁਰੂ ਦੇ ਰਾਹੀਂ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਤੇ ਫਿਰ ਇਸ ਜੀਵ ਦੀ ਜਿਹੜੀ ਆਪਣੀ ਸੁਰਤ ਸੀ ਉਹ ਪ੍ਰਭੂ ਦੀ ਜੋਤ ਵਿੱਚ ਮਿਲ ਗਈ, ਭਾਵ ਇੱਕ ਮਿਕਤਾ ਹਾਸਲ ਹੋ ਗਈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ ਨੇ, ਗੁਰ ਕਿਰਪਾ ਜੇ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਵੇਂ ਜੀਵ ਤੇ ਪਰਮਾਤਮਾ ਇੱਕ ਹੋ ਜਾਂਦੇ ਹਨ। ਹਰ ਨਾਮ ਸਿਮਰਤ ਮਿਟੇ ਕਿਲ ਬਿਖ ਬੁਝੀ ਤਪਤ ਅਗਾਨਿਆ। ਹਰੀ ਪਰਮੇਸ਼ਰ ਦਾ ਨਾਮ ਸਿਮਰ ਕੇ ਵੱਡੇ ਵੱਡੇ ਪਾਪ ਖਤਮ ਹੋ ਜਾਂਦੇ ਨੇ, ਵਿਕਾਰਾਂ ਦੀ ਤਪਸ਼ ਬੁੱਝ ਜਾਂਦੀ ਹੈ। ਤ੍ਰਿਸ਼ਨਾ ਬੁੱਝਣ ਨਾਲ ਫਿਰ ਅਗਾਨਿਆਂ ਰੱਜ ਜਾਈਦਾ, ਤ੍ਰਿਪਤ ਹੋ ਜਾਂਦਾ ਹੈ ਮਨ। ਗਹਿ ਪੁਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ। ਪ੍ਰਭੂ ਨੇ ਜਦੋਂ ਜਿਨ੍ਹਾਂ ਨੂੰ ਆਪਣੇ ਬਣਾ ਕੇ ਸਤਿਕਾਰ ਦਿੱਤਾ, ਉਹਨਾਂ ਦੀ ਬਾਹ ਪਕੜ ਕੇ ਦਇਆ ਕਰਕੇ ਉਹਨਾਂ ਨੂੰ ਮੇਲ ਲਿਆ। ਲੈ ਅੰਕ ਲਾਏ ਹਰ ਮਿਲਾਏ ਜਨਮ ਮਰਣਾ ਦੁਖ ਜਲੇ। ਉਹਨਾਂ ਨੂੰ ਆਪਣੀ ਗੋਦੀ ਵਿੱਚ, ਆਪਣੀ ਹਜ਼ੂਰੀ ਵਿੱਚ ਆਪਣੇ ਚਰਨਾਂ ਨਾਲ ਜੋੜ ਕੇ, ਭਾਵ ਜਦੋਂ ਉਹਨਾਂ ਨੂੰ ਮਿਲਾ ਲਿਆ ਤੇ ਸਾਹਿਬ ਕਹਿੰਦੇ ਫਿਰ ਉਹਨਾਂ ਦੇ ਜਨਮ ਮਰਨ ਦੇ ਦੁੱਖ ਸੜ ਗਏ, ਭਾਵ ਖਤਮ ਹੋ ਗਏ। ਬੇਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ। ਇਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਪੂਰਨਤਾ ਕਰ ਰਹੇ ਨੇ ਕਿ ਨਾਨਕ ਜੀ ਬੇਨਤੀ ਕਰ ਰਹੇ ਨੇ, ਹੇ ਪ੍ਰਭੂ ਜਿਨ੍ਹਾਂ ਤੇ ਤੂੰ ਦਇਆ ਧਾਰੀ ਹੈ ਉਹਨਾਂ ਨੂੰ ਇੱਕ ਪਲ ਦੇ ਵਿੱਚ ਹੀ ਤੂੰ ਆਪਣੇ ਨਾਲ ਮੇਲ ਲਿਆ। ਸਤਿਗੁਰੂ ਕਿਰਪਾ ਕਰਨ, ਪਾਵਨ ਗੁਰ ਇਤਿਹਾਸ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਪਾਠ ਫਿਰ ਇੱਕ ਵਾਰ ਸਰਵਣ ਕਰੀਏ। ਲੈ ਅੰਕ ਲਾਏ ਹਰ ਮਿਲਾਏ ਜਨਮ ਮਰਣਾ ਦੁਖ ਜਲੇ। ਬੇਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।